ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਉਂਝ ਤੇ 22 ਅਕਤੂਬਰ ਦਾ ਸੀ, ਪਰ 22 ਅਕਤੂਬਰ ਨੂੰ ਅਖੰਡ ਪਾਠ ਹੋਣ ਕਾਰਨ ਉਸ ਦਿਨ ਗੁਰੂ ਮਹਾਰਾਜ ਦੇ ਜੀਵਨ ਤੇ ਕਥਾ ਵਾਰਤਾ ਨਹੀਂ ਹੋ ਸਕੀ। ਅੱਜ ਅਖੰਡ ਪਾਠਾਂ ਦੇ ਭੋਗ ਪੈ ਗਏ ਹਨ। ਅੱਜ ਆਪਾਂ ਚੌਥੇ ਪਾਤਸ਼ਾਹ ਦੇ ਜੀਵਨ ਅਤੇ ਬਾਣੀ ਰਾਹੀਂ ਉਹਨਾਂ ਦੀ ਕੀ ਸਿੱਖਿਆਵਾਂ ਨੇ ਉਸ 'ਤੇ ਵਿਚਾਰ ਕਰਾਂਗੇ। 1534 ਈਸਵੀ ਹੈ। ਜਿਵੇਂ ਪਟਿਆਲੇ 'ਚ ਤ੍ਰਿਪੜੀ ਦਾ ਇਲਾਕਾ ਹੈ, ਇਸ ਤਰ੍ਹਾਂ ਲਾਹੌਰ ਦੇ ਵਿੱਚ ਚੂਨਾ ਮੰਡੀ ਹੈ। ਲਾਹੌਰ ਦੀ ਚੂਨਾ ਮੰਡੀ ਦੇ ਵਿੱਚ ਸੋਢੀ ਹਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ 1534 ਈਸਵੀ ਨੂੰ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਇੱਕੋ ਇੱਕ ਲੜਕਾ। ਪੁਰਾਣੇ ਜ਼ਮਾਨੇ 'ਚ ਜਿਹੜਾ ਘਰ 'ਚ ਵੱਡਾ ਹੁੰਦਾ ਸੀ ਉਹਨੂੰ ਕਹਿੰਦੇ ਸੀ ਜੇਠਾ। ਇਸ ਲਈ ਮਾਂ ਪਿਓ ਜੇਠਾ ਜੇਠਾ ਕਰਕੇ ਸੱਦਣ ਲੱਗ ਪਏ, ਅਤੇ ਜਿੰਨਾ ਚਿਰ ਗੁਰੂ ਨਹੀਂ ਬਣ ਗਏ ਉਹਨਾਂ ਚਿਰ ਉਹਨਾਂ ਦਾ ਨਾਮ ਜੇਠਾ ਜੀ ਰਿਹਾ। ਅਜੇ ਕੁਝ ਕੁ ਸਾਲਾਂ ਦੇ ਸਨ ਕਿ ਪਿਤਾ ਸਵਰਗਵਾਸ ਹੋ ਗਏ। ਬੜਾ ਔਖਾ ਹੋ ਗਿਆ ਘਰ ਦਾ ਗੁਜ਼ਾਰਾ ਚਲਾਉਣਾ। ਕਮਾਈ ਦਾ ਸਾਧਨ ਖਤਮ ਹੋ ਗਿਆ ਹੈ। ਭਾਈ ਜੇਠਾ ਜੀ ਛੋਟੀ ਉਮਰ ਦੇ ਨੇ। ਮਾਤਾ ਨੇ ਸੋਚਿਆ ਵੀ ਇਹਨੂੰ ਘੁੰਗਣੀਆਂ ਬਣਾ ਕੇ ਦਿਆ ਕਰੀਏ, ਇਹ ਵੇਚ ਆਇਆ ਕਰੇਗਾ ਤਾਂ ਅੱਜ ਥੋੜ੍ਹਾ ਜਿਹਾ ਘਰ ਦਾ ਗੁਜ਼ਾਰਾ ਚੱਲ ਸਕੇ। ਕਈ ਵਾਰੀ ਗਰੀਬੀ ਦਾਵਾ ਹੁੰਦਾ ਹੈ, ਇਹ ਨਹੀਂ ਹੁੰਦਾ ਕਿ ਹਾਂ ਜੀ ਇਹ ਸੋਢੀ ਸਨ ਜੀ, ਉੱਚੀ ਜਾਤ ਦੇ ਸਨ, ਪਤਾ ਨਹੀਂ ਅਮੀਰ ਹੋਣਗੇ। ਅਮੀਰ ਗਰੀਬ ਹਰ ਜਾਤ ਵਿੱਚ ਹਰ ਕੌਮ ਵਿੱਚ ਹੁੰਦੇ ਨੇ। ਗਰੀਬ ਪਰਿਵਾਰ ਸੀ, ਇਸ ਲਈ ਮਾਤਾ ਨੇ ਸੋਚਿਆ ਵੀ ਘੁੰਗਣੀਆਂ ਬਣਾ ਕੇ ਨੂੰ ਦਿਆ ਕਰੀਏ, ਵੇਚ ਆਇਆ ਕਰੇਗਾ, ਚਲੋ ਜੋ ਥੋੜ੍ਹੇ ਬਹੁਤੇ ਪੈਸੇ ਬਣਨਗੇ ਉਹੀ ਸਹੀ। ਤਾਂ ਮਾਤਾ ਨੇ ਘੁੰਗਣੀਆਂ ਬਣਾ ਕੇ ਟੋਕਰੀ 'ਚ ਪਾ ਕੇ ਉੱਤੇ ਕੱਪੜਾ ਦੇ ਕੇ ਦੇਤੀਆਂ ਨੇ ਵੀ ਜਾ ਕਾਕਾ ਇਹਨਾਂ ਨੂੰ ਵੇਚ। ਹੁਣ ਹਰ ਇੱਕ ਚੀਜ਼ ਨੂੰ ਵੇਚਣ ਦਾ ਵੀ ਇੱਕ ਤਜਰਬਾ ਹੁੰਦਾ, ਇੱਕ ਜਾਂਚ ਹੁੰਦੀ ਹੈ। ਆਮ ਤੌਰ 'ਤੇ ਮੈਂ ਦੇਖਿਆ ਕਿ ਜਿਹੜਾ ਦੁਕਾਨਦਾਰੀ ਸਿੱਖਦਾ ਹੈ ਉਹ ਪਹਿਲਾਂ ਕਿਸੇ ਵੱਡੇ ਨਾਲ ਲੱਗਦਾ। ਮੰਨ ਲਓ ਤੁਸੀਂ ਕੋਈ ਦੁਕਾਨ ਪਾਉਣੀ ਹੈ ਤਾਂ ਤੁਹਾਨੂੰ ਪਹਿਲਾਂ ਕਿਸੇ ਦੁਕਾਨਦਾਰ ਦੇ ਨਾਲ ਕੰਮ ਕਰਨਾ ਪਏਗਾ, ਤਾਂ ਜੋ ਤੁਹਾਨੂੰ ਜਾਂਚ ਆਵੇ ਵੀ ਗਾਹਕ ਨੂੰ ਕਿਵੇਂ ਅਟੈਂਡ ਕਰਨਾ ਹੈ, ਸੌਦਾ ਕਿਵੇਂ ਦੇਣਾ ਹੈ, ਕੀ ਭਾਅ ਦੇਣਾ। ਅਤੇ ਜਿਹੜਾ ਮਾਲਕ ਹੈ ਇਹ ਥੋਕ 'ਚ ਮਾਲ ਕਿੱਥੋਂ ਲਿਆਉਂਦਾ ਹੈ, ਉਹ ਸਾਰਾ ਹੌਲੀ ਹੌਲੀ ਗਿਆਨ ਹੋ ਜਾਏਗਾ, ਤਾਂ ਤੁਸੀਂ ਆਪਣੀ ਦੁਕਾਨ ਖੋਲ੍ਹ ਕੇ ਕਾਮਯਾਬ ਹੋ ਸਕਦੇ ਹੋ। ਹੁਣ ਬੱਚੇ ਨੂੰ ਕੋਈ ਤਜਰਬਾ ਨਹੀਂ ਹੈਗਾ, ਸੰਗਦੇ ਨੇ ਹੋਕਾ ਹੀ ਨਹੀਂ ਦਿੱਤਾ। ਹੁਣ ਕਿਸੇ ਨੂੰ ਕੀ ਪਤਾ ਵੀ ਬੱਚਾ ਟੋਕਰੀ 'ਚ ਕੀ ਲੈ ਕੇ ਜਾ ਰਿਹਾ ਹੈ। ਇਸ ਲਈ ਸ਼ਾਮ ਤੱਕ 3 ਪੈਸੇ ਦੀਆਂ ਘੁੰਗਣੀਆਂ ਵਿਕੀਆਂ। ਸ਼ਾਮ ਹੋ ਗਈ ਹੈ, ਰਾਵੀ ਦਰਿਆ ਦੇ ਕੰਢੇ ਇੱਕ ਦਰਖਤ ਹੇਠਾਂ ਬੈਠੇ ਨੇ। ਇਹਨੇ ਚਿਰ ਇੱਕ ਸਾਧੂਆਂ ਦੀ ਟੋਲੀ ਆਈ। ਉਹਨਾਂ ਇਸ਼ਨਾਨ ਕੀਤਾ। ਜਿਹੜਾ ਵੱਡਾ ਸਾਧੂ ਸੀ ਉਹ ਦੂਜੇ ਸਾਧੂ ਨੂੰ ਕਹਿੰਦਾ ਵੀ ਭੁੱਖ ਲੱਗੀ ਹੈ, ਆਪਾਂ ਬੇਹੰਗਮ ਹਾਂ, ਪੈਸਾ ਕੋਲ ਕੋਈ ਨਹੀਂ, ਕੋਈ ਦੇਖੋ ਖਾਣ ਪੀਣ ਨੂੰ ਕੁਛ ਮਿਲ ਸਕਦਾ ਹੈ। ਇੱਕ ਸਾਧੂ ਨੇ ਵੇਖਿਆ ਵੀ ਉਹ ਜਿਹੜਾ ਬੱਚਾ ਹੈ ਉਹ ਬੈਠਾ ਟੋਕਰੀ ਲੈ ਕੇ। ਉਹਨਾਂ ਕੋਲ ਆਇਆ, ਕਹਿੰਦੇ ਕਾਕਾ ਤੇਰੇ ਕੋਲ ਕੀ ਹੈ?
ਕਹਿੰਦਾ ਮੇਰੇ ਕੋਲ ਜੀ ਘੂੰਗਣੀਆਂ ਨੇ। ਕਹਿੰਦੇ ਦੇਖ ਵੀ ਕਾਕਾ, ਅਸੀਂ ਆ ਬਿਹੰਗਮ ਸਾਧੂ, ਅਸੀਂ ਆਪਣੇ ਕੋਲ ਕੋਈ ਪੈਸਾ ਨਹੀਂ ਰੱਖਦੇ, ਸਾਨੂੰ ਲੱਗੀ ਭੁੱਖ, ਜੇ ਸਾਨੂੰ ਮੁਫਤ ਖਵਾ ਸਕਦਾ ਹੈ ਤਾਂ ਖਵਾ ਦੇ। ਭਾਈ ਜੇਠਾ ਦੇ ਮਨ 'ਚ ਪਤਾ ਨਹੀਂ ਕੀ ਆਇਆ ਵੀ ਹੁਣ ਦਿਨ ਛਿਪਣ ਲੱਗਾ, ਹੁਣ ਹੋਰ ਤਾਂ ਵਿਕਣੀ ਕੋਈ ਨਹੀਂ, ਅਤੇ ਗਰਮੀਆਂ ਦਾ ਮੌਸਮ ਹੈ, ਸਵੇਰ ਤੱਕ ਇਹਨਾਂ ਨੇ ਖਰਾਬ ਹੋ ਜਾਣਾ ਹੈ, ਵੀ ਕਿਉਂ ਨਾ ਇਹ ਘੁੰਗਣੀ ਇਹਨਾਂ ਨੂੰ ਦੇ ਦਾਂ। ਉਹਨੇ ਟੋਕਰੀ ਚੱਕੀ ਅਤੇ ਸਾਧੂਆਂ ਦੇ ਕੋਲ ਆ ਗਏ, ਉਹਨਾਂ ਦੇ ਅੱਗੇ ਰੱਖਤੀ ਵੀ ਆਹ ਲਓ ਜੀ। ਸਾਧੂਆਂ ਨੇ ਘੁੰਗਣੀਆਂ ਖਾਧੀਆਂ। ਵੱਡਾ ਸਾਧੂ ਕਹਿੰਦੇ ਭਾਈ ਤੇਰਾ ਕੀ ਨਾਂ ਹੈ? ਕਹਿੰਦਾ ਜੀ ਮੈਨੂੰ ਮਾਂ ਪਿਓ ਜੇਠਾ ਕਹਿੰਦੇ ਨੇ। ਤੇਰੇ ਪਿਤਾ ਜੀ ਕੀ ਕੰਮ ਕਰਦੇ ਨੇ? ਕਹਿ ਜੀ ਉਹ ਤਾਂ ਸਵਰਗਵਾਸ ਹੋ ਗਏ ਨੇ। ਅਤੇ ਅੱਜ ਪਹਿਲਾ ਦਿਨ ਹੈ, ਮੇਰੀ ਮਾਂ ਨੇ ਕਿਹਾ ਸੀ ਵੀ ਘੁੰਗਣੀਆਂ ਜਾ ਕੇ ਵੇਚ। ਕਹਿੰਦੇ ਕਾਕਾ ਤੂੰ ਸਾਨੂੰ ਘੁੰਗਣੀਆਂ ਖਵਾਈਆਂ, ਇੱਕ ਦਿਨ ਆਏਗਾ ਤੇਰੇ ਘਰ ਲੰਗਰ ਲੱਗਿਆ ਕਰਨਗੇ, ਸੈਂਕੜਿਆਂ ਦੀ ਤਾਦਾਦ 'ਚ ਆ ਕੇ ਲੋਕ ਭੋਜਨ ਛਕਿਆ ਕਰਨਗੇ, ਤੂੰ ਬਹੁਤ ਅਮੀਰ ਘਰ ਵਿੱਚ ਵਿਆਹਿਆ ਜਾਵੇਗਾ, ਸਮਾਂ ਪਾ ਕੇ ਰਾਜੇ ਮਹਾਰਾਜੇ ਵੀ ਤੈਨੂੰ ਮੱਥਾ ਟੇਕਿਆ ਕਰਨਗੇ। ਚਲੋ ਬੱਚਾ ਚੁੱਪ ਰਿਹਾ, ਖਾਲੀ ਟੋਕਰੀ ਲਈ ਘਰ ਵਾਪਸ ਆ ਗਿਆ। ਮਾਂ ਨੇ ਪੁੱਛਿਆ ਪੁੱਤ ਕਿੰਨੇ ਦੀਆਂ ਘੁੰਗਣੀਆਂ ਵੇਚ ਕੇ ਆਇਆ? ਕਹਿੰਦੇ ਮਾਤਾ ਜੀ 3 ਪੈਸੇ ਦੀਆਂ ਨਗਦ, ਬਾਕੀ ਉਧਾਰ। ਮਾਂ ਸਮਝੀ ਨਹੀਂ। ਕਹਿੰਦੇ ਪੁੱਤ ਆਪਾਂ ਗਰੀਬ ਹਾਂ, ਤੂੰ ਉਧਾਰ ਨਾ ਵੇਚਿਆ ਕਰ, ਸਸਤੀਆਂ ਭਾਵੇਂ ਵੇਚ ਦਿਆ ਕਰ, ਪੈਸੇ ਲੈ ਕੇ ਵੇਚਿਆ ਕਰ, ਤਾਂ ਹੀ ਘਰ ਦਾ ਗੁਜ਼ਾਰਾ ਚੱਲੇਗਾ। ਖੈਰ ਬੱਚੇ ਨੇ ਕੁਛ ਨਹੀਂ ਕਿਹਾ ਮਾਂ ਨੂੰ ਵੀ ਐ ਸਾਧੂ ਮੈਨੂੰ ਮਿਲੇ, ਇਸ ਤਰ੍ਹਾਂ ਸਾਧੂ ਨੇ ਮੈਨੂੰ ਕਿਹਾ। ਸਮਾਂ ਬੀਤਦਾ ਗਿਆ, ਕੁਝ ਸਾਲਾਂ ਬਾਅਦ ਮਾਂ ਵੀ ਸਵਰਗਵਾਸ ਹੋ ਗਈ ਹੈ। ਕੋਈ ਚਾਚਾ ਤਾਇਆ ਹੋਰ ਰਿਸ਼ਤੇਦਾਰ ਕੋਈ ਬੱਚੇ ਦੀ ਸਹਾਇਤਾ ਕਰਨ ਲਈ ਤਿਆਰ ਨਹੀਂ। ਭੋਗ 'ਤੇ ਨਾਨੀ ਆਈ ਬਾਸਰ ਕੇ ਪਿੰਡ ਤੋਂ, ਉਹ ਫਿਰ ਜੇਠਾ ਜੀ ਨੂੰ ਆਪਣੇ ਨਾਲ ਬਾਸਰ ਕੇ ਲੈ ਗਏ। ਤੀਸਰੇ ਪਾਤਸ਼ਾਹ ਵੀ ਬਾਸਰ ਕੇ ਪਿੰਡ ਦੇ ਰਹਿਣ ਵਾਲੇ ਸਨ, ਉੱਥੇ ਲੈ ਗਈ ਹੈ। ਉੱਥੇ ਭਾਈ ਜੇਠਾ ਜੀ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਹਨ। ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਵਸਾਇਆ ਹੈ। ਉਹਨਾਂ ਨੇ ਬਾਸਰਕੇ ਦੇ ਲੋਕਾਂ ਨੂੰ ਕਿਹਾ ਵੀ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਆ ਕੇ ਵਸਣਾ ਹੈ, ਆ ਜਾਓ ਉੱਥੇ ਵਸ ਜਾਓ ਅਤੇ ਆਪਣਾ ਕਾਰੋਬਾਰ ਉੱਥੇ ਕਰੋ, ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਬਹੁਤ ਸਾਰੇ ਲੋਕ ਬਾਸਰਕੇ ਦੇ ਗੋਇੰਦਵਾਲ ਸਾਹਿਬ ਆ ਗਏ ਸਨ। ਇਸ ਲਈ ਜੇਠਾ ਜੀ ਦੀ ਨਾਨੀ ਨੇ ਵੀ ਸੋਚਿਆ ਵੀ ਚਲੋ ਗੋਇੰਦਵਾਲ ਸਾਹਿਬ ਚੱਲਦੇ ਹਾਂ। ਉਹਨਾਂ ਬੱਚੇ ਨਾਲ ਲਿਆ ਅਤੇ ਗੋਇੰਦਵਾਲ ਸਾਹਿਬ ਆ ਗਏ। ਇੱਥੇ ਵੀ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਨੇ। ਜਿਹੜਾ ਸਮਾਂ ਬਚਦਾ ਹੈ ਉਹ ਤੀਸਰੇ ਪਾਤਸ਼ਾਹ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ। ਨਾਨੀ ਵੀ ਸੇਵਾ ਕਰਦੀ ਹੈ, ਜੇਠਾ ਜੀ ਵੀ ਸੇਵਾ ਕਰਦੇ ਨੇ, ਅਤੇ ਆਪਣਾ ਘੁੰਗਣੀਆਂ ਵੇਚ ਕੇ ਦੋਨੋਂ ਗੁਜ਼ਾਰਾ ਕਰਦੇ ਹਨ। ਸੇਵਾ ਕਰਦੇ ਨੇ, ਨਾਮ ਜਪਦੇ ਨੇ। ਆਪ ਜੀ 18 ਸਾਲਾਂ ਦੇ ਹੋ ਗਏ। ਇੱਕ ਦਿਨ ਤੀਸਰੇ ਪਾਤਸ਼ਾਹ ਆਪਣੇ ਮਹਿਲਾ ਨਾਲ, ਆਮ ਭਾਸ਼ਾ 'ਚ ਸੁਪਤਨੀ ਕਿਹਾ ਜਾਂਦਾ ਹੈ, ਜੇ ਚੱਜ ਦੀ ਨਾ ਹੋਵੇ ਤਾਂ ਪਤਨੀ ਕਿਹਾ ਜਾਂਦਾ ਹੈ, ਜੇ ਥੋੜ੍ਹੀ ਚੱਜ ਦੀ ਹੋਵੇ ਸੁਪਤਨੀ ਕਿਹਾ ਜਾਂਦਾ। ਜਿਵੇਂ ਪੁੱਤਰ ਤਾਂ ਸਾਰੇ ਹੀ ਹੁੰਦੇ ਨੇ, ਕੋਈ ਕੁਪੁੱਤਰ ਹੁੰਦਾ, ਕੋਈ ਸੁਪੁੱਤਰ ਹੁੰਦਾ, ਕੋਈ ਕੁਪਤਨੀ ਹੁੰਦੀ ਹੈ, ਕੋਈ ਸੁਪਤਨੀ ਹੁੰਦੀ ਹੈ। ਪਤੀ ਵੀ ਕੋਈ ਚੱਜ ਦਾ ਹੁੰਦਾ, ਕੋਈ ਦੂਜੀ ਤਰ੍ਹਾਂ ਦਾ ਹੁੰਦਾ ਹੈ। ਤਾਂ ਸਲਾਹ ਕਰ ਰਹੇ ਮੀਆਂ ਬੀਬੀ ਆਪਸ 'ਚ
ਵੀ ਆਪਣੀ ਸਪੁੱਤਰੀ ਬੀਬੀ ਭਾਨੀ ਜਵਾਨ ਹੋ ਗਈ ਹੈ, ਉਹਦੇ ਲਈ ਕੋਈ ਵਰ ਢੂੰਡਣਾ ਚਾਹੀਦਾ ਹੈ। ਅਜੇ ਵਿਚਾਰਾਂ ਕਰ ਰਹੇ ਨੇ, ਦਰਵਾਜ਼ਾ ਖੁੱਲ੍ਹਾ ਹੈ ਗੁਰੂ ਘਰ ਦਾ। ਭਾਈ ਜੇਠਾ ਜੀ ਉੱਥੇ ਹੋਕਾ ਦਿੰਦੇ ਨੇ, ਘੁੰਗਣੀਆਂ ਲੈ ਲਓ ਘੁੰਗਣੀਆਂ। ਤੀਸਰੇ ਪਾਤਸ਼ਾਹ ਦੀ ਸਪਤਰੀ ਨੇ ਬੱਚੇ ਵੱਲ ਵੇਖਿਆ, ਭਰ ਜਵਾਨ ਹੈ, ਸੋਹਣਾ ਸੁਨੱਖਾ ਹੈ, ਤੇ ਦੇਖ ਕੇ ਕਹਿੰਦੇ ਤੀਸਰੇ ਪਾਤਸ਼ਾਹ ਨੂੰ ਵੀ ਬੀਬੀ ਭਾਨੀ ਲਈ ਇਹੋ ਜਿਹਾ ਵਰ ਚਾਹੀਦਾ। ਤੇ ਤੀਸਰੇ ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹਾ ਤਾਂ ਇਹੀ ਹੈ, ਕਿਉਂਕਿ ਦੋ ਇੱਕੋ ਜਿਹੇ ਨਹੀਂ ਹੁੰਦੇ। ਹੁਣ ਪਰਮਾਤਮਾ ਨੇ 7.5 ਕਰੋੜ ਇਨਸਾਨ ਬਣਾਏ ਨੇ ਵਰਲਡ ਦੇ, 750 ਕਰੋੜ। ਕੋਈ ਵੀ ਕਿਸੇ ਵਰਗਾ ਨਹੀਂ ਹੈ। ਸਿਰ ਜਿਹੜੇ ਜੋੜੇ ਭਰਾ ਨੇ ਉਹ ਤਾਂ ਇੱਕੋ ਜਿਹੇ ਹੁੰਦੇ ਨੇ, ਬਾਕੀ ਕੋਈ ਨਾ ਕਿਸੇ ਹੀ ਜਿਹਾ। 750 ਕਰੋੜ ਦੇ ਵਿੱਚੋਂ ਕੋਈ ਇੱਕ ਦੂਜੇ ਵਰਗਾ ਨਹੀਂ ਹੈ। ਕਹਿੰਦੇ ਫਿਰ ਇਹੋ ਜਿਹਾ ਤਾਂ ਇਹੀ ਹੈ। ਬੱਚੇ ਨੂੰ ਆਵਾਜ਼ ਮਾਰੀ ਹੈ, ਉਹਨੂੰ ਸੱਦਿਆ, ਕਾਕਾ ਤੂੰ ਕਿੱਥੋਂ ਦਾ? ਕਹਿੰਦੇ ਜੀ ਹੈ ਤਾਂ ਮੈਂ ਲਾਹੌਰ ਦੇ ਚੂਨਾ ਮੰਡੀ ਦਾ ਰਹਿਣ ਵਾਲਾ, ਪਰ ਛੋਟੀ ਉਮਰੇ ਪਹਿਲਾਂ ਪਿਤਾ ਜੀ ਸਵਰਗਵਾਸ ਹੋ ਗਏ, ਫਿਰ ਮਾਤਾ ਜੀ ਸਵਰਗਵਾਸ ਹੋ ਗਏ। ਕਿਸੇ ਰਿਸ਼ਤੇਦਾਰ ਨੇ ਕੋਈ ਸਹਾਇਤਾ ਨਹੀਂ ਕੀਤੀ। ਮੇਰੇ ਨਾਨੀ ਜੀ ਬਾਸਰ ਕੇ ਰਹਿੰਦੇ ਸੀ, ਮੈਨੂੰ ਬਾਸਰ ਕੇ ਲੈ ਗਏ। ਉੱਥੋਂ ਫਿਰ ਅਸੀਂ ਇੱਥੇ ਗੋਇੰਦਵਾਲ ਸਾਹਿਬ ਆ ਗਏ ਹਾਂ, ਅਤੇ ਮੈਂ ਲਾਹੌਰ ਵੀ ਵੇਚੇ ਕਦੇ ਘੁੰਗਣੀਆਂ, ਅਤੇ ਬਾਸਰ ਕੇ ਵੇਚਦਾ ਸੀ, ਅਤੇ ਇੱਥੇ ਵੇਚਦਾ ਵੀ ਗੁਜ਼ਾਰਾ ਹੋ ਸਕੇ। ਜਿਹੜਾ ਵਿਹਲਾ ਸਮਾਂ ਹੁੰਦਾ ਹੈ ਸਾਡੇ ਕੋਲ ਦੋਨਾਂ ਕੋਲ, ਅਸੀਂ ਗੁਰੂ ਘਰ ਦੇ ਜੂਠੇ ਬਰਤਨ ਮਾਂਜਦੇ ਹਾਂ, ਝਾੜੂ ਫੇਰਦੇ ਹਾਂ, ਸੇਵਾ ਕਰਦੇ ਹਾਂ। ਕਹਿੰਦੇ ਅੱਛਾ ਕੱਲ੍ਹ ਨੂੰ ਨਾ ਆਪਣੀ ਨਾਨੀ ਨੂੰ ਸੱਦ ਕੇ ਲੈ। 7 ਵਚਨ ਨੇ। ਅਗਲੇ ਦਿਨ ਭਾਈ ਜੇਠਾ ਜੀ ਅਤੇ ਨਾਨੀ ਆ ਗਏ ਨੇ। ਗੁਰੂ ਮਹਾਰਾਜ ਵਿਚਾਰ ਵਟਾਂਦਰਾ ਕੀਤਾ ਹੈ। ਗੁਰੂ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਦੋਹਤੇ ਵੱਲ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ। ਨਾਨੀ ਨੇ ਸਹਿਮਤੀ ਦਿੱਤੀ ਹੈ। ਸਿਆਣੇ ਕਹਿੰਦੇ ਅੰਨੇ ਨੂੰ ਕੀ ਚਾਹੀਦੀਆਂ 2 ਅੱਖਾਂ। ਅਤ ਗਰੀਬ ਪਰਿਵਾਰ ਹੈ, ਐਡੇ ਵੱਡੇ ਪਰਿਵਾਰ ਨਾਲ ਸੰਬੰਧ ਕਾਇਮ ਹੋਣਾ ਹੈ, ਕਿੱਡੇ ਵੱਡੇ ਭਾਗ। ਸੋ ਆਪ ਜੀ ਦੀ ਸ਼ਾਦੀ ਬੀਬੀ ਭਾਨੀ ਜੀ ਨਾਲ, ਕਿਉਂਕਿ ਤੀਸਰੇ ਪਾਤਸ਼ਾਹ ਦੇ 2 ਸਪੁੱਤਰੀਆਂ ਸਨ, ਇੱਕ ਬੀਬੀ ਦਾਨੀ ਜੀ ਅਤੇ ਇੱਕ ਬੀਬੀ ਭਾਨੀ ਜੀ। ਦਾਨੀ ਜੀ ਦੇ ਪਤੀ ਜਿਹੜੇ ਸਨ ਰਾਮਾ ਜੀ ਸਨ, ਅਤੇ ਬੀਬੀ ਭਾਨੀ ਦੇ ਪਤੀ ਜੇਠਾ ਜੀ ਬਣ ਗਏ। ਇਹ ਨਹੀਂ ਕਿ ਹੁਣ ਮੈਂ ਗੁਰੂ ਘਰ ਦਾ ਜਵਾਈ ਹੋ ਗਿਆ ਹਾਂ, ਕਿਸੇ ਪ੍ਰਕਾਰ ਦੀ ਅੰਦਰ ਹੁਮੇ ਨਹੀਂ ਆਈ। ਹਾਂ ਸ਼ੁਕਰਾਨਾ ਮਨ 'ਚ ਜ਼ਰੂਰ ਹੁੰਦਾ ਸੀ ਕਿ ਅਸੀਂ ਕੀ ਸੀ ਅਤੇ ਅਸੀਂ ਕਿੱਥੇ ਆ ਗਏ ਹਾਂ, ਕਿੰਨੇ ਗਰੀਬ ਸੀ। ਇੱਕ ਅਨਾਥ ਬੱਚਾ ਹੈ ਅਤੇ ਐਡੇ ਵੱਡੇ ਘਰ ਨਾਲ ਸੰਬੰਧ ਕਾਇਮ ਹੋ ਗਿਆ ਹੈ। ਸਮਾਂ ਪਾ ਕੇ ਬੀਬੀ ਭਾਨੀ ਜੀ ਦੇ ਘਰ 3 ਸਪੁੱਤਰ ਹੋਏ। ਸਭ ਤੋਂ ਵੱਡੇ ਪ੍ਰਿਥੀ ਚੰਦ ਜੀ, ਦੂਸਰੇ ਮਹਾਦੇਵ ਜੀ ਅਤੇ ਤੀਸਰੇ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਭਾਈ ਜੇਠਾ ਜੀ ਜੂਠੇ ਬਰਤਨ ਮਾਂਜ ਰਹੇ ਨੇ। ਲਾਹੌਰੋਂ ਸੰਗਤ ਆਈ ਹੈ, ਉਹਦੇ ਵਿੱਚ ਭਾਈ ਜੇਠਾ ਜੀ ਦੇ ਰਿਸ਼ਤੇਦਾਰ ਵੀ ਆਏ ਨੇ। ਉਹ ਅੱਗੇ ਹਰਿਦੁਆਰ ਨੂੰ ਜਾ ਰਹੇ ਸਨ ਇਸ਼ਨਾਨ ਕਰ। ਉਹਨਾਂ ਕਿਹਾ ਵੀ ਚਲੋ ਰਾਜ ਗੋਇੰਦਵਾਲ ਸਾਹਿਬ ਹੈ, ਵੀ ਜੇਠੇ ਦੀ ਸ਼ਾਦੀ ਉੱਥੇ ਗੁਰੂ ਘਰ
ਗੁਰੂ ਮਹਾਰਾਜ ਦੀ ਲੜਕੀ ਨਾਲ ਹੋ ਗਏ ਮਿਲਦੇ ਚਲਦੇ। ਜਦੋਂ ਆਏ ਤਾਂ ਦੇਖਿਆ ਵੀ ਤੇ ਜੂਠੇ ਬਰਤਨ ਮਾਂਜ ਰਿਹਾ। ਉਹਨੂੰ ਪੈ ਗਏ ਕਿ ਤੇਰੀ ਸ਼ਰਮ ਨਹੀਂ ਆਉਂਦੀ ਹੈ, ਤੂੰ ਐਡੇ ਉੱਚੇ ਘਰ 'ਚ ਵਿਆਹ ਗਿਆ ਹੈ, ਅਜੇ ਵੀ ਜੂਠੇ ਬਰਤਨ ਮਾਂਜ ਰਿਹਾ ਹੈ। ਉਹ ਕਹਿੰਦੇ ਮੈਂ ਕੋਈ ਕੰਮ ਨਹੀਂ ਕਰ ਰਿਹਾ, ਮੈਂ ਤਾਂ ਸੇਵਾ ਕਰ ਰਿਹਾ, ਤੁਸੀਂ ਆ ਜਾਓ ਸੇਵਾ ਕਰਨ ਦੇ। ਮੈਂ ਸੇਵਾ ਕਰ ਰਿਹਾ, ਕਿਸੇ ਮਜਬੂਰੀ ਦੇ ਵਿੱਚ ਬਰਤਨ ਨਹੀਂ ਮਾਂਜ ਰਿਹਾ। ਜਿਵੇਂ ਤੁਸੀਂ ਘਰ ਦੇ ਬਰਤਨ ਮਾਂਜਦੇ ਹੋ, ਇਹ ਇੱਕ ਕੰਮ ਹੈ। ਗੁਰਦੁਆਰੇ ਦੇ ਬਰਤਨ ਮਾਂਜਦੇ ਹੋ, ਉਹ ਸੇਵਾ ਹੈ। ਅਸੀਂ ਵੀ ਵੈਸੇ ਅਜੀਬ ਲੋਕ ਹਾਂ, ਘਰ ਦੇ ਬਰਤਨ ਨਹੀਂ ਮਾਂਜਦੇ, ਗੁਰਦੁਆਰੇ 'ਚ ਜਾ ਕੇ ਲੋਕਾਂ ਦੇ ਬਰਤਨ ਮਾਂਜਦੇ ਰਹਿੰਦੇ। ਵੀ ਘਰ ਦੇ ਕੀ ਜੀ ਜਿਹੜੇ ਗੁਰਦੁਆਰੇ ਲੋਕ ਗਏ ਹੋਏ ਹਨ, ਕੀ ਤੁਹਾਡੇ ਘਰ ਦੇ ਜੀ ਉਹਨਾਂ ਤੋਂ ਨਲਾਇਕ ਨੇ? ਕੋਈ ਕੀ ਉਹਨਾਂ ਤੋਂ ਕੋਈ ਗੰਦੇ ਮੰਦੇ ਨੇ? ਘਰ ਦੇ ਬਰਤਨ ਮਾਂਜਣ ਲਈ ਨੌਕਰਾਣੀ ਰੱਖੀਆਂ ਹੋਈਆਂ ਹਨ, ਗੁਰਦੁਆਰੇ ਜਾ ਕੇ 50 ਬਰਤਨ ਮਾਂਜ ਰਹੇ ਹਨ, ਇੱਕ ਦੂਜੇ ਦੇ ਖੋਹ ਰਹੇ ਨੇ। ਕਈ ਵਾਰ ਮੈਂ ਅੰਮ੍ਰਿਤਸਰ 9 ਦਿਨ ਸੇਵਾ ਕਰ, 11 ਦਿਨ ਦੇ ਸਾਡੀ ਡਿਊਟੀ ਲੱਗੀ ਸੇਵਾ ਦੀ, ਮੈਂ ਦੇਖੇ ਇੱਕ ਦੂਜੇ ਦੇ ਹੱਥ 'ਚ ਖੋਂਦੇ ਸਨ ਭਾਂਡੇ। ਮੈਂ ਇਹੀ ਬੀਬੀਆਂ ਘਰ ਦੇ ਭਾਂਡੇ ਮਾਂਜਣ ਨੌਕਰਾਣੀ ਰੱਖੀਆਂ ਹੋਈਆਂ ਹਨ। ਘਰ ਦੇ ਜੀਆਂ ਨੂੰ ਵੀ ਸਤਸੰਗੀ ਸਮਝ ਲਓ, ਐਂ ਹੀ ਸਮਝੋ ਵੀ ਮੈਂ ਤਾਂ ਗੁਰਦੁਆਰੇ ਦੇ ਬਰਤਨ ਮਾਂਜ ਰਹੀ ਹਾਂ ਬਸ। ਫਿਰ ਕੰਮ ਦੀ ਥਾਂ 'ਤੇ ਸੇਵਾ ਹੋ ਜਾਏਗੀ, ਅਤੇ ਸੇਵਾ 'ਚ ਬੰਦਾ ਥੱਕਿਆ ਨਹੀਂ ਕਰਦਾ, ਕੰਮ 'ਚ ਥੱਕ ਜਾਂਦਾ। ਹੇਠਾਂ ਜਿਹੜੇ ਪੇੜ ਪਾਠੀ ਨੇ, ਜੇ 5 ਮਿੰਟ ਵੀ ਪਾਠੀ ਲੇਟ ਹੋ ਜਾਏ, ਮੇਰੇ ਕੋਲ ਇੱਕ ਸ਼ਿਕਾਇਤ ਲੈਂਦੇ ਨੇ, ਇਹ ਲੇਟ ਆਉਂਦਾ ਜੀ। ਉੱਪਰ 15 ਮਿੰਟ ਲੇਟ ਹੁੰਦੇ ਨੇ, ਪਰ ਇੱਥੇ ਕੋਈ ਆ ਕੇ ਸ਼ਿਕਾਇਤ ਨਹੀਂ ਲੈਂਦਾ, ਕਿਉਂਕਿ ਉੱਪਰ ਸੇਵਾ ਹੈ, ਹੇਠਾਂ ਕੰਮ ਹੈ। ਜਦੋਂ ਕਿਸੇ ਚੀਜ਼ ਦੇ ਪੈਸੇ ਮਿਲਣ ਲੱਗ ਜਾਣ, ਫਿਰ ਉਹ ਸੇਵਾ ਨਹੀਂ ਰਹਿੰਦੀ, ਉਹ ਕੰਮ ਹੋ ਜਾਂਦਾ, ਅਤੇ ਕੰਮ 'ਚ ਥਕਾਵਟ ਹੁੰਦੀ ਹੈ, ਸੇਵਾ 'ਚ ਥਕਾਵਟ ਨਹੀਂ ਹੁੰਦੀ। ਦੇਖਦੇ ਕੋਈ ਬੀਬੀ ਆ 1 ਤਰੀਕ ਤੋਂ ਕੋਈ ਆਪਣੇ ਬਰਤਨ ਆਪ ਮਾਂਜਦੀ ਹੈ ਕਿ ਨਹੀਂ ਮਾਂਜਦੀ? ਮੈਂ ਤਾਂ ਕਿਹਾ ਵੀ ਗੁਰਦੁਆਰੇ ਜਾ ਕੇ ਅਸੀਂ 50 ਮਾਂਜਦੇ, ਘਰ ਦੇ 5-7 ਭਾਂਡੇ ਨਹੀਂ ਮਾਂਜਦੇ ਹੈਗੇ। ਜਿੰਨਾ ਚੱਜ ਨਾਲ ਤੁਸੀਂ ਮਾਂਜੋਗੇ ਨਾ, ਨੌਕਰਾਣੀ ਉਹਨਾਂ ਚੱਜ ਨਾਲ ਨਹੀਂ ਮਾਂਜੇਗੀ, ਉਹ ਤਾਂ ਟੂਟੀ ਫੁੱਲ ਛੱਡ ਦਿੰਦੀ ਹੈ, ਤੁਹਾਡਾ ਕਿੰਨਾ ਹੀ ਪਾਣੀ ਮੁਕਾ ਦਿੰਦੀ ਹੈ, ਉਹ ਤਾਂ ਇਹਨਾਂ ਦੀ ਟੂਟੀ ਫੁੱਲ ਛੱਡ ਦੇਣੀ। ਖੈਰ, ਗੁਰੂ ਘਰ ਦੀ ਸੇਵਾ ਕਰਨ ਨੇ ਅਤੇ ਉਹ ਆ ਕੇ ਲੜ ਪਏ ਨੇ। ਤੂੰ ਕਹਿੰਦਾ ਸੋਢੀ ਖਾਨਦਾਨ 'ਚੋਂ ਹੈ, ਤੂੰ ਤਾਂ ਸਾਡਾ ਨੱਕ ਵੜਤਾ ਹੈ, ਤੂੰ ਤਾਂ ਆਹ ਕਰਤਾ ਹੈ, ਉਹ ਕਰਤਾ, ਤੈਨੂੰ ਸ਼ਰਮ ਨਹੀਂ ਆਉਂਦੀ, ਜੂਠੇ ਭਾਂਡੇ ਮਾਂਜ ਰਿਹਾ। ਚਲੋ ਭਾਈ ਜੇਠਾ ਜੀ ਚੁੱਪ ਰਹੇ। ਉਹ ਗੁਰੂ ਮਹਾਰਾਜ ਕੋਲ ਚਲੇ ਗਏ, ਉੱਥੇ ਲੱਗੇ ਜਾ ਕੇ, ਕਹੀਂ ਕੀ ਗੱਲ ਜੀ, ਉਹ ਤੁਹਾਡਾ ਜਵਾਈ ਹੈ, ਤੁਸੀਂ ਉਹ ਤਾਂ ਜੂਠੇ ਬਰਤਨ ਮੰਜਵਾ ਰਹੇ ਹੋ। ਗੁਰੂ ਮਹਾਰਾਜ ਨੇ ਸਮਝਾਇਆ, ਅਸੀਂ ਬਰਤਨ ਨਹੀਂ ਮੰਜਵਾ ਰਹੇ, ਸੰਗਤ ਮਾਂਜਦੀ ਹੈ, ਉਹ ਆਪਣੀ ਖੁਸ਼ੀ ਨਾਲ ਮਾਂਜ ਰਹੇ ਹਨ, ਅਸੀਂ ਤਾਂ ਉਹਨਾਂ ਨੇ ਕਿਹਾ ਹੀ ਨਹੀਂ ਬਰਤਨ ਮਾਂਜਣ, ਉਹਨਾਂ ਦੀ ਆਪਣੀ ਮੌਜ ਹੈ। ਚਲੋ ਜੀ, ਲੰਗਰ ਵੀ ਨਹੀਂ ਛਕਿਆ, ਗੁੱਸੇ 'ਚ ਚਲੇ ਗਏ। ਆਪ ਜੀ ਨੂੰ ਪਤਾ ਕਿ ਜਿੱਥੇ ਬਹੁਤ ਜ਼ਿਆਦਾ ਇਕੱਠ ਹੋਵੇ, ਖਾਸ ਕਰ ਗਰਮੀਆਂ ਦੇ ਮੌਸਮ ਵਿੱਚ, ਉੱਥੇ ਹੈਜ਼ਾ ਫੈਲ ਜਾਇਆ ਕਰਦਾ। ਕਿਉਂ? ਸਫਾਈ ਨਹੀਂ ਰਹਿੰਦੀ। ਸਫਾਈ ਨਾ ਰਹਿਣ ਕਰ, ਜਿੱਥੇ ਦੇਖੋ ਲੱਖਾਂ ਲੋਕ ਪਹੁੰਚ ਜਾਣਗੇ, ਉੱਥੇ ਗੰਦ ਤਾਂ ਪਏਗਾ ਹੀ ਪਏਗਾ। ਉੱਥੇ ਹੈਜ਼ਾ ਫੈਲ ਗਿਆ। ਕਿੰਨੇ ਹੀ ਉਹ ਜਿਹੜੇ ਲਾਹੌਰੋਂ ਆਏ ਸਨ, ਉੱਥੇ ਹੈਜ਼ੇ ਨਾਲ ਮਰ ਗਏ। ਜਦੋਂ ਵਾਪਸ ਲਾਹੌਰ ਨੂੰ ਜਾ ਰਹੇ ਸਨ, ਰਾਹ ਦੇ ਵਿੱਚ ਡਾਕੂ ਨੇ ਲੁੱਟ ਲਏ, ਅਤੇ ਜਿਹੜੇ ਬਚੇ ਉਹਨਾਂ ਨੂੰ ਅਫਸੋਸ ਹੈ ਵੀ ਉਹ ਆਪਾਂ ਐਵੇਂ ਗੁਰੂ ਮਹਾਰਾਜ ਨੂੰ ਵਾਧੂ ਘਾਟੂ ਬੋਲਦੇ ਰਹੇ, ਕਿੱਡਾ ਵੱਡਾ ਨੁਕਸਾਨ ਹੋ ਗਿਆ ਹੈ।
ਗਿਆਨ ਨਹੀਂ ਨਾ ਹੁੰਦਾ। ਸਾਧੂ ਨੂੰ ਕਦੇ ਵੀ ਵੱਧ ਘੱਟ ਨਹੀਂ ਬੋਲੀ ਜਾਂਦਾ, ਕਿਉਂਕਿ ਜਿਹੜੇ ਸਾਧੂ ਹੁੰਦੇ ਨਾ ਉਹਨਾਂ ਨੂੰ ਵਾਕ ਸਿੱਧੀ ਪ੍ਰਾਪਤ ਹੁੰਦੀ ਹੈ। ਜੋ ਬੋਲ ਦਿੰਦੇ ਨੇ ਸੱਚ ਹੋ ਜਾਂਦਾ ਹੈ। ਕੀ ਪਤਾ ਆਪਾਂ ਅਵਾ ਤਵਾ ਸਾਧੂ ਨੂੰ ਬੋਲਤਾ ਹੈ। ਸਿੱਖ ਸਾਧੂ ਤਾਂ ਕੋਈ ਸ਼ਰਾਪ ਨਹੀਂ ਦਿੰਦੇ, ਪਰ ਜੇ ਕਿਸੇ ਨੂੰ ਗੁੱਸਾ ਚੜ੍ਹ ਜਾਓ, ਮਨ 'ਚ ਵੀ ਕਹਿ ਤੁਹਾਡਾ ਭੱਠਾ ਬਹਿ ਜਾਏ ਤੁਹਾਡਾ, ਤੇ ਬਹਿ ਜਾਣਾ ਬਸ, ਫਿਰ ਬਹਿ ਜਾਣਾ। ਦੁਰਵਾਸ਼ਾ ਰਿਸ਼ੀ ਨੇ ਸ਼ਰਾਪ ਹੀ ਦਿੱਤਾ ਸੀ ਕ੍ਰਿਸ਼ਨ ਮਹਾਰਾਜ ਦੇ ਲੜਕੇ ਨੂੰ, ਜਦੋਂ ਮਖੌਲ ਕੀਤਾ ਸੀ। ਅਤੇ ਦੁਰਵਾਸ਼ਾ ਰਿਸ਼ੀ ਕਹਿੰਦਾ ਇਹਦੇ ਪੇਟ 'ਚ ਉਹ ਪੈਦਾ ਹੋਵੇਗਾ ਜੋ ਸਾਰੀ ਕੁਲ ਦਾ ਨਾਸ਼ ਕਰੇਗਾ, ਅਤੇ ਹੋ ਗਿਆ। ਸਿਆਣੇ ਕਹਿੰਦੇ ਨੇ ਜਾਂ ਸਾਧੂ ਕੋਲੇ ਜਾਈਦਾ ਨਹੀਂ, ਅਤੇ ਜੇ ਜਾਈਏ ਤਾਂ ਫਿਰ ਸਤਿਕਾਰ ਕਰੀਦਾ ਹੈ। ਕੋਈ ਪੁੱਛਣੇ ਬੜੇ ਪਿਆਰ ਨਾਲ ਆਰਾਮ ਨਾਲ ਪੁੱਛੋ, ਜੋ ਮਰਜ਼ੀ ਪੁੱਛਣਾ। ਸਾਧੂ ਦਾ ਇਮਤਿਹਾਨ ਲੈਣ ਲਈ ਨਹੀਂ ਪੁੱਛਣਾ, ਆਪਣਾ ਸ਼ੰਕਾ ਦੂਰ ਕਰਨ ਲਈ ਪੁੱਛਣਾ। ਇਹ ਨਹੀਂ ਵੀ ਦੇਖਦੇ ਹਾਂ ਇਹਦੇ ਕੋਈ ਦਮ ਹੈ ਕਿ ਨਹੀਂ ਹੈ, ਇਸ ਤਰ੍ਹਾਂ ਨਹੀਂ ਜਾਣਾ ਸਾਧੂ ਕੋਲ, ਕਿਉਂਕਿ ਸਾਧੂ ਦੀ ਆਪਣੀ ਮਹਿਮਾ ਹੈ। ਬਾਣੀ 'ਚ ਸਾਧੂ ਦੀ ਮਹਿਮਾ ਕਹਿੰਦੇ ਵਰਣਨ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਉਹਨਾਂ ਨੇ ਫਿਰ ਆਪਣੀ ਕੀਤੀ ਦਾ ਫਲ ਪਾ ਲਿਆ। ਕੋਈ ਸਮੇਂ ਬਾਅਦ ਤੀਸਰੇ ਪਾਤਸ਼ਾਹ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਆਪਾਂ ਨੇ ਇੱਕ ਨਗਰ ਵਸਾਉਣਾ ਹੈ। ਆਪ ਜੀ ਚੱਲ ਪਏ। ਹਰਿਮੰਦਰ ਸਾਹਿਬ ਦੇ ਨਜ਼ਦੀਕ ਗੁਰੂ ਕੇ ਮਹਿਲ ਜਗ੍ਹਾ ਹੈ, ਉੱਤੇ ਥਾਂ ਥਾਂ ਬੋਰਡ ਵੀ ਲੱਗੇ ਹੋਏ ਨੇ, ਸੌੜੀ ਜਿਹੀ ਗਲੀ ਵੀ ਜਾਂਦੀ ਹੈ। ਜਿੱਥੇ ਚੌਥੇ ਪਾਤਸ਼ਾਹ ਠਹਿਰੇ, ਪੰਚਮ ਪਾਤਸ਼ਾਹ ਠਹਿਰੇ, ਛੇਵੇਂ ਪਾਤਸ਼ਾਹ ਠਹਿਰੇ, ਨੌਵੇਂ ਪਾਤਸ਼ਾਹ ਹੋਏ, ਉਸ ਸਥਾਨ ਨੂੰ ਕਹਿੰਦੇ ਨੇ ਗੁਰੂ ਕੇ ਮਹਿਲ। ਉੱਥੇ ਤੀਸਰੇ ਪਾਤਸ਼ਾਹ ਨੇ ਨਿਸ਼ਾਨ ਲਾਤਾ ਕਿ ਇੱਥੇ ਨਗਰ ਵਸਾਉਣਾ ਸ਼ੁਰੂ ਕਰੋ। ਭਾਈ ਜੇਠਾ ਜੀ ਨੇ ਪੁੱਛਿਆ ਵੀ ਇੱਥੇ ਨਗਰ ਕਿਉਂ ਵਸਾਉਣੇ ਜੀ? ਕਹਿੰਦੇ ਜੇਠਾ ਜੀ, ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਆਪਣੇ ਸਮੇਂ 'ਚ ਇੱਥੇ ਆਏ ਸਨ। ਇੱਥੇ ਬੈਠੇ ਜਾਣ ਲੱਗੇ ਭਾਈ ਲਹਿਣਾ ਜੀ ਨੂੰ, ਕਹਿੰਦੇ ਭਾਈ ਲਹਿਣਾ ਜੀ ਇੱਥੇ ਬਹੁਤ ਵੱਡਾ ਨਗਰ ਵਸੇਗਾ। ਭਾਈ ਲਹਿਣਾ ਜੀ ਕਹਿੰਦੇ ਵੀ ਕੌਣ ਵਸਾਏਗਾ? ਅਤੇ ਗੁਰੂ ਨਾਨਕ ਦੇਵ ਕਹਿੰਦੇ ਸਾਡਾ ਇੱਕ ਸੇਵਕ ਵਸਾਏਗਾ। ਇਸ ਲਈ ਭਾਈ ਉਹ ਸਮਾਂ ਆ ਗਿਆ ਹੈ, ਸਾਡੀ ਦਰਗਾਹੋਂ ਡਿਊਟੀ ਲੱਗ ਗਈ, ਇੱਥੇ ਨਗਰ ਵਸਾਉਣਾ ਹੈ, ਸੋ ਤੁਸੀਂ ਇੱਥੇ ਨਗਰ ਵਸਾਉਣਾ ਸ਼ੁਰੂ ਕਰੋ। ਅਸੀਂ ਹਰਿਮੰਦਰ ਸਾਹਿਬ ਜਾਣੇ ਜਾਂ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਜਾਣੇ, ਜਿੱਥੇ ਚੌਥੇ ਪਾਤਸ਼ਾਹ ਨੇ ਰਹਿ ਕੇ ਨਗਰ ਵਸਾਇਆ, ਪੰਚਮ ਪਾਤਸ਼ਾਹ ਜਿੱਥੇ ਹੋਏ, ਛੇਵੇਂ ਪਾਤਸ਼ਾਹ ਜਿੱਥੇ ਹੋਏ, ਨੌਵੇਂ ਪਾਤਸ਼ਾਹ ਹੋਏ, ਉਸ ਥਾਂ 'ਤੇ ਬਹੁਤ ਘੱਟ ਲੋਕ ਜਾਂਦੇ ਨੇ। ਉੱਥੇ ਬਹੁਤ ਘੱਟ ਲੋਕ ਜਾਂਦੇ, ਉਹਨੂੰ ਕਹਿੰਦੇ ਨੇ ਗੁਰੂ ਕੇ ਮਹਿਲ, ਜਿੱਥੇ ਇਹ ਚਾਰੇ ਗੁਰੂ ਮਹਾਰਾਜ ਰਹੇ। ਤੁਸੀਂ ਆਪ ਅੰਦਾਜ਼ਾ ਲਓ ਉਹ ਧਰਤੀ ਕਿਤਨੀ ਪਵਿੱਤਰ ਹੋਣੀ ਹੈ। ਧਰਤੀ 'ਤੇ ਕਹਿੰਦੇ ਸਾਧੂ ਜਿੱਥੇ ਚਰਨ ਧਰਦਾ ਨਾ, ਭਵਨ ਭਵਨ ਪਵਿੱਤਰ ਹੋਏ ਸਭ, ਜਾਂ ਸਾਧੂ ਚਰਨ ਧਰੀ ਜਾ। ਜਿੱਥੇ ਸਾਧੂ ਚਰਨ ਧਰਦੇ, ਧਰਤੀ ਸਾਰੇ ਪਵਿੱਤਰ ਹੋ ਜਾਂਦੇ। ਅਤੇ ਜਿੱਥੇ ਰਹੇ ਉਹ ਸਾਲਾਂ ਬੱਧੀ, ਉਹ ਧਰਤੀ ਕਿੰਨੀ ਪਵਿੱਤਰ ਹੋ ਗਈ ਹੋਵੇਗੀ। ਇਸ ਲਈ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ। ਬਹੁਤ ਘੱਟ ਲੋਕ ਜਾਂਦੇ ਨੇ, ਹੁਣ ਤਾਂ ਕਾਫੀ ਡਿਵੈਲਪ ਕਰਤਾ ਉਹਨਾਂ ਨੇ, ਵਧੀਆ ਥਾਂ ਬਣਾ ਦਿੱਤਾ ਗਿਆ ਹੈ। ਸੋ ਇਸ ਪ੍ਰਕਾਰ ਆਪ ਜੀ ਉੱਥੇ ਨਗਰ ਵਸਾਉਂਦੇ ਰਹੇ।
ਕਦੇ ਵਾਪਸ ਗੋਇੰਦਵਾਲ ਆ ਜਾਂਦੇ ਸਨ, ਕਦੇ ਉੱਥੇ ਰਹਿੰਦੇ ਸਨ। ਸਮਾਂ ਪਾ ਕੇ ਆਪ ਦੀ ਉਮਰ 40 ਸਾਲ ਹੋ ਗਈ। ਉੱਧਰੋਂ ਤੀਸਰੇ ਪਾਤਸ਼ਾਹ 95 ਸਾਲਾਂ ਦੇ ਹੋ ਗਏ। ਤੀਸਰੇ ਪਾਤਸ਼ਾਹ ਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ, ਹੁਣ ਗੁਰਗੱਦੀ ਦੇਣੀ ਹੈ। ਜਿੰਨੀ ਵੀ ਸੰਗਤ ਸੀ ਉਹਨਾਂ ਵਿੱਚੋਂ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਦੋਨੋਂ ਜਵਾਈ ਸਨ ਤੀਸਰੇ ਪਾਤਸ਼ਾਹ ਦੇ। ਇਹਨਾਂ ਦੀ ਅਵਸਥਾ ਬਹੁਤ ਉੱਚੀ ਸੀ। ਗੁਰੂ ਮਹਾਰਾਜ ਸੋਚਿਆ ਵੀ ਜੇ ਇਹਨਾਂ 'ਚ ਇੱਕ ਨੂੰ ਮੈਂ ਗੁਰਗੱਦੀ ਦਿੱਤੀ, ਦੂਸਰਾ ਨਾਰਾਜ਼ ਹੋ ਗਿਆ, ਮੈਂ ਕਿਹੜਾ ਘੱਟ ਸੀ ਜੀ, ਇਹਨਾਂ ਦਾ ਇਮਤਿਹਾਨ ਲੈ ਲੈਂਦੇ। ਉਹਨਾਂ ਨੂੰ ਬਿਨਾਂ ਦੱਸੇ ਵੀ ਅਸੀਂ ਤੁਹਾਡਾ ਇਮਤਿਹਾਨ ਲੈਣਾ ਹੈ। ਇੱਕ ਦਿਨ ਭਰੀ ਸੰਗਤ ਦੇ ਵਿੱਚ ਦੋਨਾਂ ਨੂੰ ਸੱਦਿਆ, ਜੇਠਾ ਜੀ ਅਤੇ ਰਾਮਾ ਜੀ ਨੂੰ। ਕਹਿੰਦੇ ਦੇਖੋ ਵੀ ਅਸੀਂ ਹੋ ਗਏ ਬਜ਼ੁਰਗ, ਸੰਗਤ ਵੱਧ ਗਈ ਹੈ, ਅਸੀਂ ਚਾਹੁੰਦੇ ਵੀ ਉੱਚੀ ਥਾਂ 'ਤੇ ਬੈਠ ਕੇ ਅਸੀਂ ਸੰਗਤ ਦੇ ਦਰਸ਼ਨ ਕਰਿਆ ਕਰ। ਇੱਕ ਆ ਪੂਰਬ ਵਾਲੇ ਪਾਸੇ ਥੜਾ ਬਣਾਉਣਾ, ਇੱਕ ਪੱਛਮ ਵਾਲੇ ਪਾਸੇ ਥੜਾ ਬਣਾਉਣਾ, ਜਿੱਥੇ ਛਾਂ ਹੋਇਆ ਕਰੇ ਉਸ ਥੜੇ 'ਤੇ ਬਹਿ ਜਾ ਕਰਾਂਗੇ। ਇੰਨਾ ਲੰਮਾ ਚੌੜਾ ਉੱਚਾ ਬਣਾਉਣਾ। ਦੋਨਾਂ ਨੂੰ ਕਹਿਤਾ, ਭਾਈ ਰਾਮਾ ਜੀ ਦੇ ਭਾਈ ਜੇਠਾ ਜੀ ਨੂੰ, ਵੀ ਇੱਕ ਇੱਕ ਥੜਾ ਬਣਾਓ 7 ਬਚਨ ਦੇ। ਅਗਲੇ ਦਿਨ ਜਿਹੋ ਜਿਹਾ ਦੋਨਾਂ ਤੋਂ ਬਣਿਆ, ਇੱਕ ਇੱਕ ਥੜਾ ਬਣਾ ਤਾ। ਗੁਰੂ ਮਹਾਰਾਜ ਆਏ, ਰਾਮਾ ਜੀ ਤੁਹਾਡਾ ਥੜਾ ਸਾਡੀ ਪਸੰਦ ਦਾ ਨਹੀਂ ਬਣਿਆ, ਅਸੀਂ ਜਿਵੇਂ ਕਿਹਾ ਸੀ ਉਵੇਂ ਨਹੀਂ ਬਣਿਆ, ਇਹਨੂੰ ਢਾਹ ਕੇ ਕੱਲ੍ਹ ਨੂੰ ਦੁਬਾਰਾ ਬਣਾਉਣਾ। ਜੇਠਾ ਜੀ ਦੇ ਥੜੇ ਕੋਲ ਆ ਗਏ, ਭਾਈ ਜੇਠਾ ਅਸੀਂ ਜਿਹੋ ਜਿਹਾ ਥੜਾ ਬਣਾਉਣ ਨੂੰ ਤੁਹਾਨੂੰ ਕਿਹਾ ਸੀ, ਤੁਸੀਂ ਉਹੋ ਜਿਹਾ ਨਹੀਂ ਬਣਾਇਆ, ਸਾਨੂੰ ਪਸੰਦ ਨਹੀਂ ਹੈ, ਕੱਲ੍ਹ ਨੂੰ ਢਾਹ ਕੇ ਫਿਰ ਬਣਾਓ 7 ਬਚਨ। ਅਗਲੇ ਦਿਨ ਦੋਨਾਂ ਨੇ ਫਿਰ ਬਣਾਤਾ। ਗੁਰੂ ਮਹਾਰਾਜ ਨੇ ਫਿਰ ਢਾਉਣ ਦਾ ਹੁਕਮ ਦਿੱਤਾ। ਤੀਜੇ ਦਿਨ ਫਿਰ ਦੋਨਾਂ ਨੇ ਬਣਾਤਾ। ਗੁਰੂ ਮਹਾਰਾਜ ਦੋਨਾਂ ਨੂੰ ਫਿਰ ਢਾਉਣ ਦਾ ਹੁਕਮ ਦਿੱਤਾ। ਚੌਥੇ ਦਿਨ ਭਾਈ ਰਾਮਾ ਜੀ ਥੜਾ ਹੀ ਨਹੀਂ ਬਣਾਇਆ, ਭਾਈ ਜੇਠਾ ਜੀ ਨੇ ਬਣਾ ਲਿਆ। ਗੁਰੂ ਮਹਾਰਾਜ ਆਏ, ਭਾਈ ਰਾਮੇ ਤੂੰ ਥੜਾ ਨਹੀਂ ਬਣਾਇਆ। ਬਾਪੂ ਜੀ ਤੁਸੀਂ ਨਾ ਬਜ਼ੁਰਗ ਹੋ ਗਏ ਹੋ, ਮੈਨੂੰ 3 ਦਿਨ ਹੋ ਗਏ ਥੜਾ ਬਣਾਉਂਦਿਆਂ ਹੋਏ, ਤੁਹਾਨੂੰ ਪਸੰਦ ਹੀ ਨਹੀਂ ਆਉਂਦਾ, ਅਤੇ ਮੈਂ ਸੋਚਿਆ ਵੀ ਫਿਰ ਕੀ ਬਣਾਉਣਾ ਜੇ ਪਸੰਦ ਤਾਂ ਆਉਂਦਾ ਨਹੀਂ। ਅੱਛਾ ਭਾਈ ਜੇਠਾ ਜੀ ਤੇ ਦੇਖਿਆ, ਜੇਠਾ ਜੀ ਇਹ ਥੜਾ ਸਾਡੀ ਪਸੰਦ ਦਾ ਨਹੀਂ, ਢਾਹ ਕੇ ਕੱਲ੍ਹ ਨੂੰ ਬਣਾਉਣਾ। ਚੌਥੇ ਦਿਨ ਢਵਾਤਾ, 5ਵੇਂ ਦਿਨ ਢਵਾਤਾ, 6ਵੇਂ ਦਿਨ ਢਵਾਤਾ। ਜਦੋਂ 7ਵੇਂ ਦਿਨ ਢਾਉਣ ਦਾ ਹੁਕਮ ਦਿੱਤਾ, ਭਾਈ ਜੇਠਾ ਜੀ ਨੇ ਚਰਨ ਫੜ ਲਏ, ਕਹਿੰਦੇ ਸੱਚੇ ਪਾਤਸ਼ਾਹ ਮੇਰੀ ਮੱਤ ਹੈ ਥੋੜ੍ਹੀ, ਤੁਸੀਂ ਮੇਰੇ ਸਿਰ 'ਤੇ ਹੱਥ ਰੱਖੋ, ਕਿਰਪਾ ਕਰੋ ਮੈਨੂੰ ਸਮੱਤ ਬਖਸ਼ੋ ਤਾਂ ਜੋ ਮੈਂ ਤੁਹਾਡੀ ਪਸੰਦ ਦਾ ਥੜਾ ਬਣਾ ਸਕਾਂ। ਦੇਖੋ ਦੋਨਾਂ ਦੀ ਗੱਲ 'ਚ ਕਿੰਨਾ ਫਰਕ ਹੈ। ਗੁਰੂ ਮਹਾਰਾਜ ਨੇ ਜੇ ਥੜੇ ਬਣਾਉਣੇ ਹੁੰਦੇ ਫਿਰ ਰਾਜ ਮਿਸਤਰੀ ਲਾ ਦਿੰਦੇ। ਇਹ ਤਾਂ ਦੋਨੋਂ ਖੱਤਰੀ ਸਨ, ਇਹ ਕਿਹੜਾ ਰਾਜ ਮਿਸਤਰੀ ਸਨ। ਗੱਲ ਥੜਿਆਂ ਦੀ ਨਹੀਂ ਸੀ, ਗੱਲ ਤਾਂ ਇਹ ਸੀ ਹੁਕਮ ਮੰਨਣ ਦੀ, ਵੀ ਦੇਖੀਏ ਹੁਕਮ ਕਿਹੜਾ ਮੰਨਦਾ ਹੈ। ਇੱਕ ਨੇ ਤੀਜੇ ਦਿਨ ਹੀ ਜਵਾਬ ਦਿੱਤਾ, ਇੱਕ ਲੱਗਾ ਰਿਹਾ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਤਾਂ ਮਹਾਨਤਾ ਵੀ ਹੁਕਮ ਕੌਣ ਮੰਨਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੱਲ ਹੁਕਮ ਮੰਨਣ ਦੀ ਹੈ। ਇਸ ਲਈ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਨੇ ਕਿਹਾ ਵੀ ਧਰਮਸ਼ਾਲਾ ਦੀ ਕੰਧ ਢਹਿ ਗਈ ਹੈ, ਭਾਈ ਲਹਿਣਾ ਜੀ ਕੰਧ ਬਣਾਓ। ਸ਼੍ਰੀ ਚੰਦ ਨੂੰ ਕਿਹਾ, ਕਹਿੰਦੇ ਪਿਤਾ ਜੀ ਜੇ ਰਾਤ ਹੈ ਦਿਨ ਚੱਲ ਲਿਓ, ਮਿਸਤਰੀ ਮਜ਼ਦੂਰ ਲਾ ਕੇ ਬਣਾ ਦੇਂਗੇ। ਲਖਮੀ ਦਾਸ ਤੂੰ ਬਣਾ, ਉਹਨਾਂ ਵੀ ਇਸਤਰੀ ਕਹਿਤਾ। ਭਾਈ ਲਹਿਣਾ ਜੀ ਤੁਸੀਂ ਬਣਾਓ 7 ਬਚਨ ਜੀ। ਤਸਲਾ ਕਹੀ ਲਈ, ਰਾਤ ਲੱਗੇ ਰਹੇ, ਸਵੇਰ ਤੱਕ ਕੰਧ ਬਣਾਤੀ। ਮੇਰੇ ਵਰਗਾ ਕੋਈ ਕੋਲੋਂ ਲੰਘਿਆ,
ਕਹ ਲੈਣਾ ਜੀ ਕੰਧ ਤੇ ਵਿੰਗੀ ਹੈ। ਕਹਿੰਦੇ ਗੱਲ ਵਿੰਗੀ ਸਿੱਧੀ ਦੀ ਨਹੀਂ ਭਰਾਵਾ, ਸਾਨੂੰ ਹੁਕਮ ਹੈ ਕੰਧ ਬਣਾ, ਬਸ ਅਸੀਂ ਬਣਾਤੀ ਹੈ, ਨਹੀਂ ਬਣਾਤੀ। ਇਹ ਤੇ ਗੁਰੂ ਨਾਨਕ ਜੀ ਨੂੰ ਪਤਾ ਸੀ ਨਾ ਬਈ ਭਾਈ ਲੈਣਾ ਜੀ ਰਾਜ ਮਿਸਤਰੀ ਨਹੀਂ ਹੈਗੇ, ਇਹ ਕਤਰੀ ਨੇ, ਇਹ ਦੁਕਾਨਦਾਰ ਨੇ। ਗੱਲ ਤੇ ਦੇਖਣੀ ਦੇ ਵੀ ਹੁਕਮ ਮੰਨਦੇ ਨੇ ਕਿ ਨਹੀਂ। ਸਾਡੀ ਆਤਮਿਕ ਤਰੱਕੀ ਕਿਉਂ ਨਹੀਂ ਹੁੰਦੀ? ਜੋ ਗੁਰੂ ਕਹਿੰਦੇ ਨੇ ਉਸ ਤਰ੍ਹਾਂ ਅਸੀਂ ਕਰਦੇ ਨਹੀਂ ਹੈਗੇ, ਗੁਰੂ ਦੀ ਖੁਸ਼ੀ ਨਹੀਂ ਹੁੰਦੀ, ਸਾਡੀ ਗੱਲ ਨਹੀਂ ਬਣਦੀ, ਹੋਰ ਕੋਈ ਗੱਲ ਨਹੀਂ ਹੈਗੀ। ਜਿਵੇਂ ਬਾਣੀ ਕਹਿੰਦੀ ਉਵੇਂ ਅਸੀਂ ਕਰਦੇ ਨਹੀਂ, ਇਸ ਲਈ ਗੁਰੂ ਦੀ ਖੁਸ਼ੀ ਨਹੀਂ ਹੁੰਦੀ, ਸਾਡੀ ਆਤਮਿਕ ਤਰੱਕੀ ਹੁੰਦੀ ਨਹੀਂ ਹੈ। ਕਾਰਜ ਰਾਸ ਵੀ ਉਹਨਾਂ ਦੇ ਹੁੰਦੇ ਨੇ ਜਿਹੜੇ ਹੁਕਮ ਮੰਨਦੇ ਨੇ। ਜਿਹੜੇ ਹੁਕਮ ਮੰਨਦੇ ਗੁਰੂ ਮਹਾਰਾਜ ਉਹਨਾਂ ਦੇ ਕਾਰਜ ਆਪੇ ਹੀ ਰਾਸ ਕਰਦੇ ਰਹਿੰਦੇ ਨੇ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੇਰਾ ਕਾਰਜ ਰਾਸ ਕਰੋ, ਉਹ ਖੁਸ਼ ਹੋ ਕੇ ਆਪੇ ਹੀ ਕਰਦੇ ਰਹਿੰਦੇ ਨੇ। ਸੋ 40 ਸਾਲ ਦੀ ਉਮਰ ਦੇ ਵਿੱਚ ਤੀਸਰੇ ਪਾਤਸ਼ਾਹ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਿੱਤੀ ਅਤੇ ਨਾਮ ਰੱਖਤਾ ਰਾਮਦਾਸ। ਸੋ ਚੌਥੇ ਪਾਤਸ਼ਾਹ ਦਾ ਉਸ ਦਿਨ ਤੋਂ ਬਾਅਦ ਨਾਮ ਗੁਰੂ ਰਾਮਦਾਸ ਹੋ ਗਿਆ। ਫਿਰ ਜਿਹੜਾ ਹੈ ਤੀਸਰੇ ਪਾਤਸ਼ਾਹ ਨੇ ਕਿਹਾ ਜੇਠਾ ਜੀ ਤੁਸੀਂ ਹੁਣ ਪੱਕੇ ਤੌਰ 'ਤੇ ਅੰਮ੍ਰਿਤਸਰ ਚਲੇ ਜਾਓ, ਇੱਥੇ ਸਾਡੇ ਬੱਚੇ ਤੁਹਾਡਾ ਈਰਖਾ ਕਰਨਗੇ, ਤੁਸੀਂ ਉੱਥੇ ਚਲੇ ਜਾਓ ਪਰਿਵਾਰ ਸਮੇਤ। ਸੋ ਚੌਥੇ ਪਾਤਸ਼ਾਹ ਪਰਿਵਾਰ ਸਮੇਤ ਅੰਮ੍ਰਿਤਸਰ ਆ ਗਏ। ਚਲੋ ਸ਼ਹਿਰ ਵਸਦਾ ਗਿਆ, ਆਲੇ ਦੁਆਲੇ ਦੇ ਪਿੰਡਾਂ 'ਚ ਹੋਕਾ ਦਿੱਤਾ ਗਿਆ ਕਿ ਭਾਈ ਤੁਸੀਂ ਇੱਥੇ ਹਰ ਪ੍ਰਕਾਰ ਦੇ ਆ ਕੇ ਲੋਕ ਵਸੋ ਤਾਂ ਜੋ ਸਾਰੀਆਂ ਸ਼ਹਿਰ ਦੀਆਂ ਸਹੂਲਤਾਂ ਇੱਕੋ ਥਾਂ 'ਤੇ ਪ੍ਰਾਪਤ ਹੋ ਜਾਣ। ਹਰ ਪ੍ਰਕਾਰ ਦੇ ਜਿਹੜੇ ਨੇ ਦੁਕਾਨਦਾਰ ਲਿਆ ਕੇ ਗੁਰੂ ਮਹਾਰਾਜ ਉੱਥੇ ਵਸਾਉਣੇ ਸ਼ੁਰੂ ਕਰਤੇ। ਹੌਲੀ ਹੌਲੀ ਰੌਣਕ ਹੋਣੀ ਸ਼ੁਰੂ ਹੋ ਗਈ। ਇੰਨੇ ਚਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਹਿਸੀਲ ਹੈ ਪੱਟੀ। ਪੱਟੀ ਦੇ ਵਿੱਚ ਜਿਹੜਾ ਸੀ ਜਾਗੀਰਦਾਰ ਦੁਨੀ ਚੰਦ, ਉਹਨੂੰ ਕੋਈ ਖਬਤ ਸੀ। ਉਹਦੇ 7 ਕੁੜੀਆਂ ਸਨ। ਸਭ ਤੋਂ ਛੋਟੀ ਲੜਕੀ ਰਜਨੀ ਸੀ। ਉਹ 2-3 ਮਹੀਨੇ ਬਾਅਦ ਆਪਣੇ ਜਵਾਈਆਂ ਨੂੰ ਅਤੇ ਸਭ ਕੁੜੀਆਂ ਨੂੰ ਸੱਦ ਲਿਆ ਕਰੇ। ਅਜੇ ਰਜਨੀ ਕੁਆਰੀ ਸੀ, ਬਾਕੀ 6 ਵਿਆਹੀਆਂ ਹੋਈਆਂ ਸਨ। ਤੁਹਾਨੂੰ ਖਾਣ ਨੂੰ ਕੌਣ ਦਿੰਦਾ ਹੈ? ਉਹਨੇ ਕਿਹਾ ਬਾਪੂ ਜੀ ਤੁਸੀਂ ਦਿੰਦੇ ਹੋ। ਵਾਰੀ ਵਾਰੀ ਪੁੱਛੀ ਜਾਣ ਤੁਹਾਨੂੰ ਖਾਣ ਪੀਣ ਨੂੰ ਕੌਣ ਦਿੰਦਾ? ਉਹ ਕਹੇ ਬਾਪੂ ਜੀ ਤੁਸੀਂ ਦਿੰਦੇ ਹੋ। ਰਜਨੀ ਪੁੱਛਿਆ ਤੈਨੂੰ ਖਾਣ ਨੂੰ ਕੌਣ ਦਿੰਦਾ? ਕਹਿੰਦਾ ਮੇਰੀ ਕਿਸਮਤ ਮੈਨੂੰ ਦਿੰਦੀ। ਕਹੇ ਨਹੀਂ ਮੈਂ ਤੈਨੂੰ ਖਾਣ ਨੂੰ ਦਿੰਦਾ। ਕਿ ਨਾ ਜੀ ਮੇਰੀ ਕਿਸਮਤ ਮੈਨੂੰ ਖਾਣ ਨੂੰ ਦਿੰਦੀ, ਜੋ ਮੇਰੇ ਭਾਗਾਂ 'ਚ ਲਿਖਿਆ ਮੈਨੂੰ ਮਿਲੀ ਜਾਂਦਾ, ਤੁਸੀਂ ਨਹੀਂ ਮੈਨੂੰ ਦਿੰਦੇ। ਉਹ ਚੜ੍ਹ ਜਾ ਕਰੇ। ਹੁਣ ਤਾਂ ਅਸੀਂ ਕਹੋਗੇ ਹਾਂ ਜੀ ਪਿਤਾ ਜੀ ਤੁਸੀਂ ਖਾਣ ਪੀਣ ਨੂੰ ਦਿੰਦੇ ਹੋ। ਦੇਖ ਹੁਣ ਤਾਂ ਪਿਤਾ ਹੀ ਖਾਣ ਪੀਣ ਨੂੰ ਦੇ ਰਿਹਾ ਸੀ, ਪਰ ਇੱਕ ਨੂੰ ਗਿਆਨ ਹੁੰਦਾ ਹੈ। ਤੁਹਾਡੀ ਕਿਸਮਤ ਤੁਹਾਨੂੰ ਖਾਣ ਪੀਣ ਨੂੰ ਦੇ ਰਹੀ ਹੈ। ਮਾਂ ਪਿਓ ਦੇ ਸਾਧਨ ਨੇ, ਮਾਂ ਪਿਓ ਨਹੀਂ ਤੁਹਾਨੂੰ ਖਾਣ ਪੀਣ ਨੂੰ ਦੇ ਰਹੇ, ਮਾਂ ਪਿਓ ਸਾਧਨ ਬਣਾਏ ਨੇ ਪਰਮਾਤਮਾ ਨੇ। ਤੁਹਾਡੀ ਕਿਸਮਤ 'ਚ ਜੋ ਲਿਖਿਆ ਉਹਦੇ ਅਨੁਸਾਰ ਤੁਹਾਨੂੰ ਖਾਣ ਪੀਣ ਪਹਿਨਣ ਨੂੰ ਮਿਲ ਰਿਹਾ। ਕਿਸੇ ਦੇ ਭਾਗਾਂ 'ਚ ਪਰਮਾਤਮਾ ਨੇ ਅਮੀਰੀ ਲਿਖਤੀ ਹੈ, ਉਹ ਅਮੀਰ ਹੋ ਗਿਆ। ਕਿਸੇ ਦੇ ਗਰੀਬੀ ਲਿਖਤੀ ਹੈ, ਉਹ ਗਰੀਬ ਹੋ ਗਿਆ। ਭਰਾ ਦੋਨੋਂ ਸੱਕੇ ਹੁੰਦੇ ਨੇ ਕਈ ਵਾਰੀ, ਇੱਕ ਅਮੀਰ ਹੋ ਗਿਆ ਹੈ, ਇੱਕ ਗਰੀਬ ਹੋ ਗਿਆ ਹੈ। ਦੋਨੋਂ ਹੀ ਆਪਣੀ ਆਪਣੀ ਕਿਸਮਤ ਦਾ ਖਾ ਰਹੇ ਹਨ। ਮਾਂ ਪਿਓ ਤੇ ਦੋਨਾਂ ਨੂੰ ਹੀ ਚਾਹੁੰਦੇ ਸਾਡੇ 2 ਪੁੱਤਰ ਨੇ, ਦੋਨੋਂ ਹੀ ਤਰੱਕੀ ਕਰਨ, ਦੋਨੋਂ ਹੀ ਅਮੀਰ ਹੋਣ। ਕਿਹੜਾ ਮਾਂ ਬਾਪ ਚਾਹੁੰਦਾ ਵੀ ਹਨ? ਪਰ ਆਪਣੀ ਆਪਣੀ ਕਿਸਮਤ ਹੈ। ਇੱਕ ਭਰਾ ਪੜ੍ਹ ਜਾਂਦਾ, ਦੂਜਾ ਨਹੀਂ ਪੜ੍ਹਦਾ ਹੈ। ਇਹ ਨਹੀਂ ਕਿ ਦੂਜਾ ਨਲਾਇਕ ਸੀ, ਦੂਜੇ ਦੀ ਕਿਸਮਤ ਹੀ ਇਹੋ ਜਿਹੀ ਸੀ। ਕਿਸਮਤ ਮਾੜੀ ਹੋਣ ਕਰਕੇ ਉਹ ਪੜ੍ਹ ਹੀ ਨਹੀਂ ਸਕਿਆ। ਬਹਾਨਾ ਕੋਈ ਵੀ ਭਾਵੇਂ ਬਣ ਜਾਏ। ਇੱਕ ਦੀ ਕਿਸਮਤ 'ਚ ਪੜ੍ਹਾਈ ਵੀ ਲਿਖੀ ਹੋਈ ਸੀ, ਉਹ ਪੜ੍ਹੀ ਗਿਆ, ਉਹ ਪੜ੍ਹੀ ਗਿਆ। ਜਿਵੇਂ ਜੋਤਸ਼ੀ ਨੇ ਮੇਰਾ ਹੱਥ ਵੇਖਿਆ ਕਿ ਤੁਹਾਡੇ ਭਾਗਾਂ 'ਚ ਬਹੁਤ ਪੜ੍ਹਾਈ ਲਿਖੀ ਹੈ ਜੀ, ਕਿਤੇ ਫੇਲ ਹੋਣਾ ਨਹੀਂ ਲਿਖਿਆ ਹੋਇਆ।
ਜਿੰਨਾ ਤੁਸੀਂ ਮਰਜ਼ੀ ਪੜ੍ਹ ਲਓ। ਇਹ ਨਹੀਂ ਕੋਈ ਦੀ ਗੱਲ ਸੁਣ ਕੇ ਮੈਂ ਢਿੱਲਾ ਮੱਠਾ ਹੋ ਗਿਆ ਵੀ ਚੱਲ ਪੜ੍ਹ ਤੇ ਜਾਣਾ ਹੀ ਹੈ, ਆਪਣਾ ਆਰਾਮ ਨਾਲ ਸਮਾਂ ਕਰੋ। ਨਹੀਂ, ਕਿਉਂਕਿ ਭਾਗਾਂ 'ਚ ਪੜ੍ਹਾਈ ਲਿਖੀ ਹੋਈ ਸੀ, ਇਸ ਲਈ ਪਰਮਾਤਮਾ ਨੇ ਮਿਹਨਤੀ ਬਣਾਇਆ। ਇਹ ਨਹੀਂ ਕਿ ਮੈਂ ਸਿਆਣਾ ਸੀ ਆਪਣੇ ਭਰਾਵਾਂ ਨਾਲੋਂ, ਇਹ ਨਹੀਂ ਮਤਲਬ ਹੈਗਾ। ਇੱਕ ਬੱਚੇ ਨੂੰ ਕੀ ਪਤਾ, ਉਹਦੀ ਕਿਸਮਤ ਉਹਦੇ ਫਿਰ ਵਿਚਾਰ ਬਣਾਉਂਦੀ ਹੈ। ਕਿਸਮਤ ਨੇ ਮਿਹਨਤ ਕਰਵਾਈ ਅਤੇ ਤੁਹਾਡੇ ਸਾਹਮਣੇ ਮੈਂ ਕਿੰਨੀ MA ਕਰ ਗਿਆ ਹਾਂ, ਅਤੇ ਕਿਤੇ ਮੇਰੀ ਰੀਪੀਅਰ ਵੀ ਨਹੀਂ ਆਈ ਹੈਗੀ, ਫੇਲ ਹੋਣ ਦਾ ਕਿਤੇ ਲਿਖਿਆ ਹੈ। ਇਹ ਕਿਸਮਤ ਹੁੰਦੀ। ਰਜਨੀ ਨੂੰ ਇਸ ਗੱਲ ਦਾ ਗਿਆਨ ਸੀ। ਉਹ ਕਹਿੰਦੀ ਮੈਂ ਆਪਣੀ ਕਿਸਮਤ ਦਾ ਖਾਨੀ। ਇੱਕ ਦਿਨ ਗੁੱਸੇ 'ਚ ਆ ਕੇ ਕਹਿੰਦਾ ਮੈਂ ਦੇਖਦਾ ਤੇਰੀ ਕਿਸਮਤ ਨੂੰ। ਪ੍ਰੋਤਾ ਨੂੰ ਕਹਤਾ ਵੀ ਇੱਕ ਲੂਲਾ ਲੱਭ ਕੇ ਲਿਆ, ਉਹਦੇ ਨਾਲ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ। ਉਹ ਪੰਡਿਤ ਕਹਿੰਦੇ ਨਹੀਂ ਜੀ ਇਹ ਰਾਜਾ ਨੇ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਬੱਚੀ ਹੈ, ਚਲੋ ਕੋਈ ਗੱਲ ਨਹੀਂ ਹੁੰਦੀ। ਨਹੀਂ ਕਹਿੰਦੇ, ਇਹ ਕਹਿੰਦੀ ਮੈਂ ਆਪਣੀ ਕਿਸਮਤ ਦਾ ਖਾਨੀ, ਮੈਂ ਦੇਖਦਾ। ਚਲੋ ਹੁਕਮ ਹੋ ਗਿਆ, ਉਹ ਇੱਕ ਲੂਲਾ ਲੱਭ ਲਿਆ। ਜਦੋਂ ਲੂਲੇ ਨੇ ਰਜਨੀ ਨੂੰ ਵੇਖਿਆ ਵੀ ਇਹਦੇ ਨਾਲ ਮੇਰੀ ਸ਼ਾਦੀ ਕਰਨ ਲੱਗੇ ਨੇ, ਉਹ ਕਹਿੰਦਾ ਵੀ ਤੂੰ ਬੀਬੀ ਮੇਰੇ ਨਾਲ ਸ਼ਾਦੀ ਨਾ ਕਰਾ, ਤੂੰ ਕਿੰਨੀ ਸੋਹਣੀ ਸੁਨੱਖੀ ਜਵਾਨ ਹੈ, ਮੈਂ ਤਾਂ ਲੂਲਾ, ਮੈਂ ਤਾਂ ਕੋਈ ਕੰਮ ਹੀ ਨਹੀਂ ਕਰ ਸਕਦਾ, ਕੋਈ ਕਮਾਈ ਨਹੀਂ ਕਰ ਸਕਦਾ, ਆਪਾਂ ਰੋਟੀ ਪਾਣੀ ਕਿੱਥੋਂ ਖਾਵਾਂਗੇ। ਉਹ ਕਹਿੰਦੇ ਨਹੀਂ, ਜੋ ਮੇਰੇ ਭਾਗਾਂ 'ਚ ਮੈਨੂੰ ਮਨਜ਼ੂਰ ਹੈ। ਬਾਪ ਨੇ ਸ਼ਾਦੀ ਕਰਤੀ ਲੂਲੇ ਨਾਲ ਅਤੇ ਕਹਿਤਾ ਮੇਰਾ ਇਲਾਕਾ ਛੱਡ ਜਾਓ। ਕਿ 7 ਬਚਨ ਨੇ। ਉਹਨੇ ਲੂਲੇ ਨੂੰ ਟੋਕਰੇ 'ਚ ਪਾਇਆ, ਸਿਰ 'ਤੇ ਚੱਕਿਆ, ਆਪਣੇ ਬਾਪ ਦਾ ਘਰ ਛੱਡਦਾ। ਜਿੱਥੇ ਅੰਮ੍ਰਿਤਸਰ ਵਸਾਇਆ ਹੈ, ਜਿਹੜਾ ਸਰੋਵਰ ਹੈ ਇਸ ਵੇਲੇ, ਇਹ ਛਪੜੀ ਹੁੰਦੀ ਸੀ ਪਹਿਲਾਂ। ਇੱਥੇ ਜਿਹੜੀ ਬੇਰੀ ਹੈ, ਬੇਰੀ ਦੇ ਹੇਠਾਂ ਟੋਕਰਾ ਰੱਖ ਕੇ ਉਹਨੂੰ ਕਹਦੇ ਤੂੰ ਤਾਂ ਇੱਥੇ ਬੈਠ। ਆਪਣੇ ਪਤੀ ਨੂੰ ਕਹਿੰਦੇ ਮੈਂ ਨੇੜੇ ਪਿੰਡ ਦੇ ਵਿੱਚੋਂ ਰੋਟੀ ਪਾਣੀ ਮੰਗ ਲਿਆ। ਉਹ ਲੂਲਾ ਕੀ ਵੇਖਦਾ ਵੀ ਇੱਕ ਕਾਂ ਹੈ, ਉਹ ਛਪੜੀ ਦੇ ਕਿਨਾਰੇ ਬੈਠਾ, ਉਹਦੇ ਖੰਭ ਝੜੇ ਹੋਏ ਹਨ, ਉਹਨੂੰ ਪਿਆਸ ਲੱਗੀ ਹੈ, ਪਰ ਉੱਡ ਕੇ ਪਾਣੀ ਨਹੀਂ ਪੀ ਸਕਦਾ। ਉਹ ਰੁੜਦਾ ਰੁੜਦਾ ਕਾਂ ਛਪੜੀ ਡਿੱਗ ਪਿਆ। ਜਿਉਂ ਹੀ ਛਪੜੀ ਡਿੱਗਿਆ, ਕਾਂ 9/9 ਹੋ ਗਿਆ। ਪਾਣੀ ਪੀ ਕੇ ਕਾਂ ਉੱਡ ਗਿਆ ਹੈ। ਲੂਲਾ ਕਹਿੰਦਾ ਇਹਦਾ ਮਤਲਬ ਇਸ ਪਾਣੀ ਦੇ ਵਿੱਚ ਕੋਈ ਖਾਸ ਗੱਲ ਹੈ। ਉਹ ਵੀ ਟੋਕਰੇ 'ਚ ਰਿੜਦਾ ਰਿੜਦਾ ਪਾਣੀ ਡਿੱਗ ਪਿਆ। ਜਦ ਪਾਣੀ ਡਿੱਗਿਆ ਤਾਂ 9/9 ਹੋ ਗਿਆ। ਨੌਜਵਾਨ ਸਾਰੇ ਦੇ ਸਾਰੇ ਅੰਗ ਪੂਰੇ। ਉਹ ਤਾਂ ਉੱਥੇ ਬੈਠ ਕੇ ਚੌਂਕੜੀ ਮਾਰ ਕੇ ਦਰਖਤ ਹੇਠਾਂ। ਰਜਨੀ ਆਈ ਰੋਟੀ ਲੈ ਕੇ ਮੰਗ ਕੇ। ਕਹਿੰਦੇ ਵੀ ਭਾਈ ਇੱਥੇ ਮੇਰਾ ਪਤੀ ਸੀ ਇਸ ਟੋਕਰੇ 'ਚ। ਉਹ ਕਹਿੰਦਾ ਮੈਂ ਹੀ ਹਾਂ। ਕਹਿੰਦੇ ਚੱਲ ਚੱਲ ਬਕਵਾਸ ਕਰਦਾ ਮੈਂ ਹੀ। ਉਹ ਤਾਂ ਲੂਲਾ ਸੀ। ਕਹਿੰਦਾ ਨਹੀਂ ਰਜਨੀ, ਇਹ ਮੈਂ ਹੀ ਹਾਂ। ਉਹਨੇ ਸੋਚਿਆ ਵੀ ਇਹਨੂੰ ਮੇਰੇ ਨਾਂ ਦਾ ਕਿਵੇਂ ਪਤਾ ਹੈ? ਕਿਸੇ ਨੂੰ ਮੇਰੇ ਨਾਂ ਦਾ ਹੀ ਨਹੀਂ ਪਤਾ, ਇਹਨੂੰ ਕਿਵੇਂ ਪਤਾ ਮੇਰੇ ਨਾਂ? ਕਹਿੰਦੇ ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਕਹਿੰਦੇ ਰਜਨੀ ਮੈਂ ਤੇਰਾ ਘਰ ਵਾਲਾ ਉਹੀ ਲੂਲਾ ਹਾਂ। ਕਹਿੰਦੇ ਫਿਰ ਤੂੰ ਨੌਜਵਾਨ ਕਿਵੇਂ ਹੋ ਗਿਆ, ਤੰਦਰੁਸਤ ਕਿਵੇਂ ਹੋ ਗਿਆ? ਉਹਨੇ ਸਾਰੀ ਕਹਾਣੀ ਸੁਣਾਈ ਵੀ ਇਸ ਤਰ੍ਹਾਂ ਕਾਂ ਸੀ, ਉਹ ਡਿੱਗ ਪਿਆ ਸੀ, ਉਹ 9/9 ਹੋ ਗਿਆ। ਮੈਂ ਵੀ ਕਿਹਾ ਵੀ ਦੇਖੀ ਜਾਏਗੀ, ਬਸ ਤਾਂ ਡੋਬੀ ਜਾਵਾਂਗਾ, ਮੈਂ ਵੀ 9/9 ਹੋ ਗਿਆ। ਉਹਨੂੰ ਫਿਰ ਵੀ ਵਿਸ਼ਵਾਸ ਨਹੀਂ ਆਇਆ। ਕਹਿੰਦਾ ਨਾ ਮੈਂ ਨਹੀਂ ਮੰਨਦੀ, ਚੱਲ ਮੇਰੇ ਨਾਲ ਚੌਥੇ ਪਾਤਸ਼ਾਹ ਕੋਲ ਚੱਲਦੇ। ਜੇ ਉਹ ਕਹਿ ਦੇਣ ਕਿ ਹਾਂ ਇਹੀ ਰਜਨੀ ਤੇਰਾ ਪਤੀ ਹੈ, ਮੈਨੂੰ ਮਨਜ਼ੂਰ ਹੈ। ਦੋਨੋਂ ਜੀ ਚੌਥੇ ਪਾਤਸ਼ਾਹ ਕੋਲ ਚਲੇ ਗਏ। ਅੱਗੇ ਚੌਥੇ ਪਾਤਸ਼ਾਹ ਦਾ ਦਰਬਾਰ ਲੱਗਾ ਹੈ। ਰਜਨੀ ਨੇ ਬੇਨਤੀ ਕਰਤੀ ਵੀ ਸੱਚੇ ਪਾਤਸ਼ਾਹ ਆਹ ਗੱਲ ਹੈ ਵੀ ਮੇਰਾ ਘਰ ਵਾਲਾ ਤੇ ਲੂਲਾ ਸੀ, ਇਹ ਛਪੜੀ ਦੇ ਵਿੱਚ ਜਿਹੜਾ ਹੈ ਨਹਾਤਾ, ਇਹ ਠੀਕ ਠਾਕ ਕੋਈ ਕਹਿੰਦਾ ਮੈਂ ਹਾਂ ਤੇਰਾ ਘਰ ਵਾਲਾ, ਮੈਨੂੰ ਕਿਵੇਂ ਵਿਸ਼ਵਾਸ ਆਵੇ?
ਗੁਰੂ ਮਹਾਰਾਜ ਦਿਵ ਦ੍ਰਿਸ਼ਟੀ ਨਾਲ ਵੇਖਿਆ, ਕਹਿੰਦੇ ਰਜਨੀ ਇਹੀ ਹੈ ਤੇਰਾ ਘਰ ਵਾਲਾ, ਚਲੋ ਉਸ ਛੱਪੜੀ ਨੂੰ ਵੇਖਣ ਚੱਲੀਏ। ਉਹ ਛੱਪੜੀ ਦੇਖੀ, ਉਹ 'ਚ ਕਿਹੜੀ ਖਾਸ ਗੱਲ ਹੈ। ਸੰਗਤ ਨਾਲ ਹੈ, ਗੁਰੂ ਮਹਾਰਾਜ, ਰਜਨੀ ਉਹਦਾ ਘਰ ਵਾਲਾ ਉਸ ਛੱਪੜੀ ਕੋਲੇ ਆ ਗਏ। ਗੁਰੂ ਮਹਾਰਾਜ ਦਿਵ ਦ੍ਰਿਸ਼ਟੀ ਨਾਲ ਵੇਖਿਆ ਵੀ ਓਹੋ, ਇੱਥੇ ਤੇ ਕਈ ਹਜ਼ਾਰ ਸਾਲਾਂ ਤੋਂ ਸਾਧੂ ਇੱਥੇ ਤਪੱਸਿਆ ਕਰਦੇ ਰਹੇ ਹਨ, ਇਹ ਤੇ ਧਰਤੀ ਹੀ ਬੜੀ ਪਵਿੱਤਰ ਹੈ। ਤੇ ਫਿਰ ਚੌਥੇ ਪਾਤਸ਼ਾਹ ਨੇ ਫੈਸਲਾ ਕੀਤਾ ਤੇ ਸਰੋਵਰ ਬਣਾਈਏ, ਤੇ ਜਿਸ ਸਰੋਵਰ 'ਚ ਅੰਮ੍ਰਿਤਸਰ ਜਾ ਕੇ ਤੁਸੀਂ ਇਸ਼ਨਾਨ ਕਰਦੇ, ਇਹ ਉਹੀ ਛਪੜੀ ਹੈ। ਫਿਰ ਚੌਥੇ ਪਾਤਸ਼ਾਹ ਨੇ ਸਰੋਵਰ ਬਣਾਉਣਾ ਸ਼ੁਰੂ ਕੀਤਾ। ਕਈ ਸਾਲ ਦੀ ਸੇਵਾ ਤੋਂ ਬਾਅਦ ਸਰੋਵਰ ਕੱਚਾ ਸੀ, ਪੱਕਾ ਨਹੀਂ ਹੋ ਸਕਿਆ। ਕੱਚਾ ਹੀ ਸਰੋਵਰ ਤਿਆਰ ਹੋ ਗਿਆ ਹੈ, ਪੱਕਾ ਤਾਂ ਬਾਅਦ ਫਿਰ ਪੰਚਮ ਪਾਤਸ਼ਾਹ ਨੇ ਕੀਤਾ ਸੀ। ਖੈਰ ਸਰੋਵਰ ਤਿਆਰ ਕੀਤਾ, ਸਮਾਂ ਪਾ ਕੇ ਦੇਖੋ ਫਿਰ ਇਸ ਸਰੋਵਰ ਦੀ ਕਿੰਨੀ, ਇਸ ਵੇਲੇ ਜਿੰਨੇ ਵੀ ਸਿੱਖ ਕੌਮ ਦੇ ਸਰੋਵਰ ਹਨ, ਸਾਰੇ ਸਰੋਵਰਾਂ 'ਚ ਸਭ ਤੋਂ ਵੱਧ ਮਹਾਨਤਾ ਅੰਮ੍ਰਿਤਸਰ ਵਾਲੇ ਸਰੋਵਰ ਦੀ ਹੈ, ਸਭ ਤੋਂ ਵੱਧ ਮਹਾਨਤਾ। ਇਸ ਤਰ੍ਹਾਂ ਗੁਰੂ ਮਹਾਰਾਜ ਚੌਥੇ ਪਾਤਸ਼ਾਹ ਅੰਮ੍ਰਿਤਸਰ ਠਹਿਰੇ ਹੋਏ ਹਨ। ਸ਼੍ਰੀ ਚੰਦ ਜੀ ਬਾਰਠ ਪਿੰਡ 'ਚ ਰਹਿੰਦੇ ਸਨ। ਪਹਿਲਾਂ ਬਾਰਠ ਪਿੰਡ ਗੁਰਦਾਸਪੁਰ ਜ਼ਿਲ੍ਹੇ ਸੀ। ਗੁਰਦਾਸਪੁਰ ਦੇ ਵਿੱਚ ਜਦੋਂ ਹੁਣ ਪਠਾਨਕੋਟ ਅੱਡ ਹੋਇਆ ਜ਼ਿਲ੍ਹਾ ਬਣਿਆ, ਹੁਣ ਬਾਰਠ ਪਠਾਨਕੋਟ ਜ਼ਿਲ੍ਹੇ 'ਚ ਆ ਗਿਆ ਹੈ। ਮੈਂ ਕੁਦੇ ਪਿੱਛੇ ਜੇ ਜਾ ਕੇ ਸਰਦਾਰ ਬਲਜੀਤ ਸਿੰਘ ਨਾਲ ਆਇਆ ਸੀ ਵੀ ਚਲੋ ਇੱਥੇ ਨੇੜੇ ਆਏ ਹਾਂ, ਅਤੇ ਇਹਨਾਂ ਦੇ ਪਿੰਡ ਤੋਂ ਹੋਣਾ ਕੋਈ 40-50 ਕਿਲੋਮੀਟਰ, ਵੀ ਚਲੋ ਵੇਖ ਕੇ ਆਈਏ। ਵਿੱਚ ਜਿੱਥੇ ਸ਼੍ਰੀ ਚੰਦ ਜੀ 60 ਸਾਲ ਰਹੇ, ਉਹ ਸਥਾਨ ਉਹਨਾਂ ਦਾ ਵੇਖ ਕੇ, ਪਿੰਡ ਦਾ ਨਾਂ ਬਾਰਠ, ਬੱਬੇ ਨੂੰ ਕੰਨਾ ਰਾ ਠੱਠਾ। ਚਲੋ ਦਰਸ਼ਨ ਦੀਦਾਰੇ ਕੀਤੇ। ਸ਼੍ਰੀ ਚੰਦ ਜੀ ਬਾਰਠ ਪਿੰਡ ਤੋਂ ਚੱਲ ਕੇ ਅੰਮ੍ਰਿਤਸਰ ਆਏ ਨੇ, ਵੀ ਚੌਥੇ ਪਾਤਸ਼ਾਹ ਨੂੰ ਜਾ ਕੇ ਮਿਲਦੇ। ਸਿੱਖਾਂ ਨੇ ਆ ਕੇ ਦੱਸਿਆ ਚੌਥੇ ਪਾਤਸ਼ਾਹ ਨੂੰ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ ਵੱਡੇ ਸਾਹਿਬਜ਼ਾਦੇ ਸ਼੍ਰੀ ਚੰਦ ਜੀ ਆਪ ਨੂੰ ਮਿਲਣ ਆ ਰਹੇ ਹਨ। ਅੱਜ ਵੀ ਸ਼੍ਰੀ ਚੰਦ ਜੀ ਦਾ ਬਹੁਤ ਸਤਿਕਾਰ ਲੋਕ ਕਰਦੇ ਨੇ, ਉਹਨਾਂ ਦੇ ਕਈ ਥਾਂ ਵੀ ਬਣੇ ਹੋਏ ਹਨ। ਸਾਰੇ ਦੇ ਸਾਰੇ ਗੁਰੂ ਮਹਾਰਾਜ ਸ਼੍ਰੀ ਚੰਦ ਦਾ ਸਤਿਕਾਰ ਕਰਿਆ ਕਰਦੇ, ਖੜੇ ਹੋ ਕੇ ਅੱਗੇ ਆ ਕੇ ਮਿਲਿਆ ਕਰਦੇ ਸਨ। ਜਦੋਂ ਚੌਥੇ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਸ਼੍ਰੀ ਚੰਦ ਜੀ ਮਿਲਣ ਆ ਰਹੇ ਨੇ, ਆਪ ਜੀ ਨੇ ਕਾਫੀ ਸਾਰੀਆਂ ਮੋਹਰਾਂ ਥਾਲ 'ਚ ਪਾਈਆਂ, ਮਠਿਆਈ ਦਾ ਥਾਲ ਭਰਿਆ, ਉੱਤੇ ਰੁਮਾਲ ਦਿੱਤਾ, ਆਪਣੇ ਸਿਰ 'ਤੇ ਥਾਲ ਚੱਕਿਆ, ਨਾਲ ਸੰਗਤ ਨੂੰ ਲੈ ਕੇ ਸ਼੍ਰੀ ਚੰਦ ਨੂੰ ਅੱਗੋਂ ਹੋ ਕੇ ਮਿਲਣ, ਸਤਿਕਾਰ ਕੀਤਾ। ਆਓ ਜੀ, ਹਰਿਮੰਦਰ ਸਾਹਿਬ ਦੇ ਨੇੜੇ ਸ਼੍ਰੀ ਚੰਦ ਜੀ ਦੇ ਸਥਾਨ ਵੀ ਬਣਿਆ ਹੋਇਆ ਹੈ। ਜਿਹੜੇ ਪਾਸੇ ਕਾਰਾਂ ਕੂਰਾਂ ਜੀ ਖੜ੍ਹਦੇ ਨੇ, ਉਸ ਪਾਸੇ ਜਗ੍ਹਾ ਬਣੀ ਹੋਈ ਹੈ ਜਿੱਥੇ ਉਹ ਆ ਕੇ ਰਹੇ। ਵਿਚਾਰ ਵਟਾਂਦਰਾ ਹੋ ਰਿਹਾ ਚੌਥੇ ਪਾਤਸ਼ਾਹ ਨਾਲ। ਚੌਥੇ ਪਾਤਸ਼ਾਹ ਦਾ ਜਿਹੜੀ ਦਾੜ੍ਹੀ ਹੈ ਨਾ, ਇਹ ਸਾਰੇ ਗੁਰੂਆਂ ਤੋਂ ਲੰਮੀ ਸੀ। ਜਿਵੇਂ ਸਾਰਿਆਂ ਤੋਂ ਵੱਡੀ ਉਮਰ ਦੇ ਤੀਸਰੇ ਪਾਤਸ਼ਾਹ ਸਨ, ਸਾਰਿਆਂ ਤੋਂ ਛੋਟੀ ਉਮਰ ਦੇ 8ਵੇਂ ਪਾਤਸ਼ਾਹ ਸਨ, ਸਭ ਤੋਂ ਲੰਬਾ ਦਾੜਾ ਚੌਥੇ ਪਾਤਸ਼ਾਹ ਦਾ ਸੀ। ਸ਼੍ਰੀ ਚੰਦ ਨੇ ਸਹਿਜ ਸੁਭਾ ਕਿਹਾ, ਗੁਰਮੁਖਾ ਇਹ ਦਾੜਾ ਇੰਨਾ ਕਿਉਂ ਵਧਾਇਆ? ਤੇ ਚੌਥੇ ਪਾਤਸ਼ਾਹ ਨੇ ਆਪਣੇ ਹੱਥ ਨਾਲ ਆਪਣੀ ਦਾੜੀ ਫੜੀ ਅਤੇ ਸ਼੍ਰੀ ਚੰਦ ਜੀ ਦੇ ਚਰਨ ਸਾਫ਼ ਕਰਨ ਲੱਗ ਪਏ। ਕਹਿੰਦੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਲਈ ਵਧਾਇਆ। ਤੇ ਸ਼੍ਰੀ ਚੰਦ ਜੀ ਕਹਿੰਦੇ ਅੱਜ ਮੈਨੂੰ ਪਤਾ ਲੱਗਾ ਤੁਹਾਨੂੰ ਗੁਰਗੱਦੀ ਕਿਉਂ ਮਿਲੀ ਹੈ ਤੇ ਸਾਨੂੰ ਕਿਉਂ ਨਹੀਂ ਸੀ ਮਿਲੀ। ਕਹਿੰਦੇ ਅੱਜ ਮੈਨੂੰ ਪਤਾ ਲੱਗਾ, ਕਿਉਂਕਿ ਗੁਰੂ ਘਰ ਦੇ ਵਿੱਚ ਨਿਮਰਤਾ ਦੀ ਮਹਾਨਤਾ। ਹੁਕਮ ਵੀ ਮੰਨਣਾ ਪਰ ਨਿਮਰਤਾ ਕਾਇਮ ਰੱਖਣੀ, ਭਾਵੇਂ ਕਿੰਨੀ ਵੀ ਉੱਚੀ ਪਦਵੀ ਕਿਉਂ ਨਾ ਪ੍ਰਾਪਤ ਹੋ ਜਾਏ, ਨਿਮਰਤਾ ਰੱਖਣੀ। ਇਸ ਤਰ੍ਹਾਂ
ਸਮਾਂ ਬੀਤਿਆ, ਸਰੋਵਰ ਨੂੰ ਹੁਣ ਪੱਕਿਆਂ ਕਰਨਾ ਸੀ। ਇੱਕੋ ਹੀ ਬਾਹੀ ਪੱਕੀ ਸੀ, ਬਾਕੀ ਸਾਰੀ ਕੱਚੀ ਰਹਿ ਗਈ। ਸਰੋਵਰ ਦੀ ਸੇਵਾ ਚੱਲ ਰਹੀ ਹੈ, ਕਿਉਂਕਿ ਜਿੰਨੇ ਸਰੋਵਰ ਨੇ ਇਹ 18 ਫੁੱਟ ਡੂੰਘੇ ਨੇ। ਇਹ 18 ਫੁੱਟ ਡੂੰਘੇ ਪੱਟੇ ਜਾਂਦੇ ਨੇ। ਸਰੋਵਰ ਦੀ ਖੁਦਾਈ ਹੋ ਰਹੀ ਹੈ। ਕੁਝ ਪੇੜ ਮਿਸਤਰੀ ਨੇ, ਮਜ਼ਦੂਰ ਨੇ, ਕੁਝ ਸੇਵਾਦਾਰ ਨੇ। ਦੇਖੋ, ਜਿਹੜੇ ਸੇਵਾ 'ਤੇ ਹੁੰਦੇ ਨੇ ਉਹ ਤਾਂ ਮਟੀਰੀਅਲ ਢੋਂਦੇ ਨੇ। ਹੁਣ ਇੱਟਾਂ ਲਾਉਣੀਆਂ ਨੇ, ਉਹ ਤਾਂ ਮਿਸਤਰੀਆਂ ਲਾਉਣੀਆਂ ਨੇ। ਜੋ ਸਿੱਧਾ ਕਰਨਾ, ਜੋ ਕਰਨਾ, ਉਹ ਤਾਂ ਮਿਸਤਰੀ ਹੁੰਦੇ ਨੇ। ਇਸ ਲਈ ਕੁਝ ਪੇੜ ਸਨ, ਬਾਕੀ ਸੇਵਾ 'ਤੇ ਸਨ। ਇੱਕ ਦਿਨ ਚੜ੍ਹਾਵਾ ਥੋੜ੍ਹਾ ਆਇਆ ਅਤੇ ਹੁਣ ਪੈਸੇ ਦੇਣੇ ਸਨ ਸ਼ਾਹ ਨੂੰ, ਮਿਸਤਰੀਆਂ ਨੂੰ। ਦੇਖਿਆ ਪੈਸੇ ਥੋੜ੍ਹੇ ਨੇ ਅਤੇ ਉਹਨਾਂ ਦੀ ਦਿਹਾੜੀ ਜ਼ਿਆਦਾ ਹੈ। ਸਾਹਮਣੇ ਇੱਕ ਜਿਵੇਂ ਰੇਹੜੀ ਵਾਲਾ ਸੀ, ਉਹਦਾ ਨਾਂ ਸੀ ਸਮਾਨ ਸ਼ਾਹ। ਗੁਰੂ ਮਹਾਰਾਜ ਦੇ ਕੋਲ ਗਏ, ਕਹਿੰਦੇ ਵੀ ਤੇਰਾ ਕੀ ਨਾਂ ਹੈ ਕਾਕਾ? ਕਹਿੰਦੇ ਮੇਰਾ ਨਾਂ ਸਮਾਨ ਸ਼ਾਹ। ਸਮਾਨ ਸ਼ਾਹ, ਸਾਨੂੰ ਪੈਸਿਆਂ ਦੀ ਲੋੜ ਪੈ ਗਈ, ਜਿੰਨੇ ਤੇਰੇ ਕੋਲ ਪੈਸੇ ਹੈਗੇ ਦੇ ਦੇ। ਸ਼ਾਮ ਦਾ ਵੇਲਾ ਸੀ, ਉਹ ਜਿੰਨੇ ਬਣੇ ਸਨ ਸਾਰੇ ਗੁਰੂ ਮਹਾਰਾਜ ਬਿਨਾਂ ਗਿਣਿਆ ਦਿੱਤੇ। ਗੁਰੂ ਮਹਾਰਾਜ ਲੈ ਗਏ। ਇਹ ਨਹੀਂ ਗੁਰੂ ਮਹਾਰਾਜ ਕਿਹਾ ਵੀ ਅਸੀਂ ਵਾਪਸ ਕਰ ਦਾਂਗੇ, ਨਹੀਂ। ਗੁਰੂ ਮਹਾਰਾਜ ਲੈ ਗਏ, ਜਿਨ੍ਹਾਂ ਦੇ ਪੈਸੇ ਦੇਣੇ ਸਨ ਮਿਸਤਰੀ ਮਜ਼ਦੂਰ ਦੇ ਦੇਤੇ। ਅਗਲੇ ਦਿਨ ਸ਼ਾਹ ਨੂੰ ਫਿਰ ਗੁਰੂ ਮਹਾਰਾਜ ਗਏ, ਕਿਹਾ ਸਮਾਨ ਸ਼ਾਹ, ਸਾਨੂੰ ਪੈਸਿਆਂ ਦੀ ਲੋੜ ਹੈ, ਜਿੰਨੇ ਤੇਰੇ ਕੋਲ ਹੈ ਸਾਨੂੰ ਦੇ ਦੇ। ਉਹਨੇ ਉਸਰੇ ਦੇਤੇ। ਤੀਸਰੇ ਦਿਨ ਫਿਰ ਪਾਤਸ਼ਾਹ ਗਏ, ਕਹਿੰਦੇ ਸਮਾਨ ਸ਼ਾਹ, ਸਾਨੂੰ ਪੈਸਿਆਂ ਦੀ ਲੋੜ ਹੈ, ਜਿੰਨੇ ਤੂੰ ਕਮਾਏ ਨੇ ਸਾਰੇ ਦੇ ਦੇ। ਉਹਨੇ ਸਾਰੇ ਦੇਤੇ। ਚੌਥੇ ਦਿਨ ਸਮਾਨ ਸ਼ਾਹ ਆਪ ਹੀ ਪੈਸੇ ਲੈ ਕੇ ਆ ਗਏ। ਕਹਿੰਦੇ ਮਹਾਰਾਜ ਜੀ ਆਹ ਲਓ, ਅੱਜ ਇੰਨੀ ਵਟਤ ਹੋਈ। ਕਹਿੰਦੇ ਸਮਾਨ ਸ਼ਾਹ, ਅੱਜ ਸਾਨੂੰ ਪੈਸਿਆਂ ਦੀ ਲੋੜ ਨਹੀਂ, ਪਰ ਸਮਾਨ ਸ਼ਾਹ ਤੂੰ ਸ਼ਾਹਾਂ ਦਾ ਸ਼ਾਹ। ਅਤੇ ਸਮਾਨ ਸ਼ਾਹ ਕੁਝ ਸਾਲਾਂ ਦੇ ਵਿੱਚ ਅਮੀਰ ਹੋਣਾ ਸ਼ੁਰੂ ਹੋ ਗਿਆ। ਅਮੀਰ ਹੁੰਦਾ ਹੁੰਦਾ ਸ਼ਾਹ ਹੋ ਗਿਆ ਪ੍ਰਸਰ ਦਾ, ਕਿ ਵਰ ਮਿਲ ਗਿਆ ਨਾ। ਦੋ ਚੀਜ਼ਾਂ ਹੁੰਦੀਆਂ, ਇੱਕ ਉਹਦੇ ਭਵਿੱਖਬਾਣੀ ਕਰਨਾ, ਉਹ ਦੇਖ ਕੇ ਕਿ ਇਹ ਵੱਡੀ ਉਮਰ 'ਚ ਕੀ ਬਣੇਗਾ। ਇੱਕ ਵਰ ਦੇਣਾ ਹੁੰਦਾ, ਵਰ ਦੇਤਾ ਸਮਾਨ ਸ਼ਾਹ ਤੂੰ ਸ਼ਾਹਾਂ ਦਾ ਸ਼ਾਹ। ਬਸ ਫਿਰ ਹੁਣ ਹੀ ਸੀ ਸਾਧੂ ਦੇ ਬੋਲ, ਸਾਧ ਬਚਨ ਅਟਲੱਦ, ਇਹ ਨਹੀਂ ਟਲਿਆ ਕਰਦਾ, ਇਹ ਪੂਰਾ ਹੋ ਜਾਇਆ ਕਰਦਾ ਹੈ। ਨਾਲ ਦੇ ਪਿੰਡ ਇੱਕ ਭਾਈ ਉਦਮ ਰਹਿੰਦਾ ਸੀ। ਕਾਫੀ ਉਮਰ ਹੋ ਗਈ ਸੀ, ਕਾਫੀ ਅਮੀਰ ਸੀ ਪਿੰਡ 'ਚ, ਪਰ ਪੁੱਤਰ ਕੋਈ ਨਹੀਂ ਸੀ, ਇਕੱਲੀ ਧੀ ਸੀ। ਕਿਸੇ ਨੇ ਕਿਹਾ ਉਦਮ, ਉੱਥੇ ਸੇਵਾ ਚੱਲ ਰਹੀ ਸਰੋਵਰ ਦੀ, ਤੂੰ ਜਾ ਕੇ, ਤੁਸੀਂ ਤਿੰਨੋਂ ਜੀ ਜਾ ਕੇ ਸੇਵਾ ਕਰੋ। ਗੁਰੂ ਮਹਾਰਾਜ ਜਾਣੀ ਜਾਣ ਹੁੰਦੇ ਨੇ, ਉਹ ਆਪੇ ਤੁਹਾਡੀ ਮਨੋਕਾਮਨਾ ਪੂਰੀ ਕਰ ਦੇਣਗੇ। ਭਾਈ ਉਦਮ, ਉਹਨਾਂ ਦੀ ਘਰ ਵਾਲੀ, ਉਹਨਾਂ ਦੀ ਲੜਕੀ ਅੰਮ੍ਰਿਤਸਰ ਆ ਗਏ ਨੇ। ਭਾਈ ਉਦਮ ਕਹਿੰਦਾ ਵੀ ਆਪਾਂ ਗੁਰੂ ਘਰ ਦਾ ਨਹੀਂ ਖਾਣਾ, ਤੁਸੀਂ ਮਾਵਾਂ ਧੀਆਂ ਸੇਵਾ ਕਰਿਆ ਕਰੋ। ਮੈਂ 2 ਪੰਡਾਂ ਜੰਗਲ 'ਚੋਂ ਲੱਕੜੀ ਦੀ ਲਿਆਇਆ ਕਰਾਂਗਾ, ਇੱਕ ਘਰ ਰੱਖਾਂਗੇ, ਇੱਕ ਇੱਥੇ ਲੰਗਰ 'ਚ ਦੇ ਦਿਆ ਕਰਾਂਗੇ, ਕਿ ਆਪਾਂ ਰੋਟੀ ਪਾਣੀ ਖਾਂਦੇ ਵੀ ਕਾਹਨੂੰ ਸਿਰ 'ਤੇ ਭਾਰ ਚੜਾਉਣਾ, ਇੱਕ ਪੰਡ ਲੰਗਰ 'ਚ ਦੇ ਦਿਆ ਕਰਾਂਗੇ। 3 ਮਹੀਨੇ ਐਂ ਕਰਦਾ ਬੀਤ ਗਏ। ਘਰ ਵੀ 90 ਪੰਡਾਂ ਹੋ ਗਈਆਂ ਅਤੇ ਇੱਧਰ ਵੀ 90 ਪੰਡਾਂ ਦੇ ਦਿੱਤੀਆਂ ਨੇ। ਬਹੁਤ ਜ਼ਿਆਦਾ ਝੜੀ ਲੱਗ ਗਈ, ਕਈ ਦਿਨ ਮੀਂਹ ਪੈਂਦਾ ਰਿਹਾ। ਜਿੰਨੀਆਂ ਸੁੱਕੀਆਂ ਲੱਕੜਾਂ ਸਨ ਸਾਰੀਆਂ ਲੰਗਰ 'ਚੋਂ ਮੁੱਕ ਗਈਆਂ। ਭਰੀ ਸਭਾ ਦੇ ਵਿੱਚ ਜਿਹੜਾ ਲਾਂਗਰੀ ਸੀ, ਉਹ ਗੁਰੂ ਮਹਾਰਾਜ ਕੋਲ ਆ ਕੇ, ਕਹਿੰਦਾ ਮਹਾਰਾਜ ਜੀ ਕੱਲ੍ਹ ਨੂੰ ਲੰਗਰ ਨਹੀਂ ਤਿਆਰ ਹੋਵੇਗਾ। ਕਹਿੰਦੇ ਭਈ ਕਿਉਂ? ਕਹਿੰਦੇ ਸੁੱਕੀ ਲੱਕੜੀ ਕਿਤੋਂ ਮਿਲ ਹੀ ਨਹੀਂ ਰਹੀ, ਅਸੀਂ ਸਾਰੀਆਂ ਦੁਕਾਨਾਂ ਸਭ ਥਾਵਾਂ 'ਤੇ ਪਤਾ ਕਰ ਲਿਆ। ਕਹਿੰਦੇ ਕੋਈ ਨਹੀਂ, ਤੂੰ ਚਿੰਤਾ ਨਾ ਕਰੇ, ਗੁਰੂ ਨਾਨਕ ਦੇ ਜੇ ਲੰਗਰ ਹੈ, ਆਪ ਚੱਲੇਗਾ, ਤੂੰ ਨਾ ਫਿਕਰ ਕਰ।
ਇਹ ਗੱਲ ਕਿਤੇ ਭਾਈ ਉਦਮ ਉਹਦੀ ਘਰਵਾਲੀ ਤੇ ਕੁੜੀ ਸੁਣ ਰਹੇ ਸਨ। ਉਹਨਾਂ ਪਰਾਂ ਹਟ ਕੇ ਸਲਾਹ ਕੀਤੀ ਵੀ ਆਪਣੇ ਕੋਲ 90 ਪੰਡਾਂ ਪਈਆਂ ਨੇ, ਆਪਾਂ ਰਾਤੇ ਰਾਤ ਢੋ ਕੇ ਲੰਗਰ 'ਚ ਰੱਖ ਦਿੰਦੇ। ਉਹ ਤਾਂ ਤਿੰਨੋਂ ਲਾਗੇ ਢੋਣ। ਜਦੋਂ 4-5 ਗੇੜੇ ਲਾਏ ਤੇ ਉੱਥੇ ਜਿਹੜਾ ਸੇਵਾਦਾਰ ਸਨ ਉਹ ਕਹਿੰਦੇ ਵੀ ਤੁਸੀਂ ਕਿੱਥੋਂ ਲੱਕੜੀ ਲਿਆ ਰਹੇ ਹੋ? ਕਹਿੰਦੇ ਸਾਡੇ ਘਰ 90 ਪੰਡਾਂ ਲੱਕੜੀ ਪਈ ਹੈ। ਉਹ ਵੀ ਨਾਲ ਰਲ ਗਏ। ਚਲੋ ਫਿਰ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਰਲ ਜੇ ਢੋ ਦਿੰਦੇ ਹਾਂ, ਵੀ ਤੁਹਾਨੂੰ ਤਾਂ ਸਾਰੀ ਰਾਤ ਹੀ ਲੱਗ ਜਾਏਗੀ ਢੋਂਦਿਆਂ ਹੋਇਆਂ ਨੂੰ। ਚਲ ਹੋਰ ਵੀ ਸਿੱਖ ਨਾਲ ਲੱਗੇ, ਰਾਤੇ ਰਾਤ ਢੋ ਕੇ ਸਵੇਰੇ ਲੰਗਰ ਤਿਆਰ ਹੋ ਗਿਆ। ਸੇਵਾਦਾਰ ਆ ਕੇ ਕਹਿੰਦਾ ਮਹਾਰਾਜ ਜੀ ਲੰਗਰ ਤਿਆਰ ਹੈ ਅਤੇ ਲੰਗਰ ਛਕੋ। ਉਹ ਕਹਿੰਦੇ ਬਈ ਤੂੰ ਤਾਂ ਕਹਿੰਦਾ ਅਸੀਂ ਲੱਕੜਾਂ ਨਹੀਂ ਹੈਗੀਆਂ, ਲੰਗਰ ਤਿਆਰ ਨਹੀਂ ਹੋਣਾ, ਹੁਣ ਕਿਵੇਂ ਹੋ ਗਿਆ? ਉਹਨੇ ਦੱਸਿਆ ਵੀ ਆ ਜੀ ਸਰਦਾਰ, ਆ ਜੀ ਘਰ ਵਾਲੀ ਹੈ, ਇਹ ਕੁੜੀ ਹੈ, ਇਹਨਾਂ ਦੇ ਕੋਲ ਲੱਕੜਾਂ ਸਨ, ਇਹ ਲੱਕੜਾਂ ਢੋਣ ਲੱਗੇ ਘਰੋਂ ਇੱਥੇ ਲਿਆ ਕੇ, ਅਸੀਂ ਵੀ ਇਹਨਾਂ ਨਾਲ ਲਾ ਕੇ 90 ਪੰਡਾਂ ਲੱਕੜਾਂ ਜਿਹੜੀਆਂ ਨੇ ਆ ਗਈਆਂ ਨੇ ਰਾਤੇ ਰਾਤ। ਕਹਿੰਦੇ ਭਾਈ ਤੇਰਾ ਕੀ ਨਾਂ ਹੈ? ਕਹਿੰਦੇ ਮੇਰਾ ਨਾਂ ਉਦਮ ਹੈ। ਕਹਿੰਦੇ ਭਾਈ ਉਦਮ ਅਸੀਂ ਤੇਰੀ ਸੇਵਾ 'ਤੇ ਬਹੁਤ ਖੁਸ਼ ਹਾਂ, ਮੰਗ ਕੀ ਮੰਗਦਾ? ਹੁਣ ਦੇਖੋ ਭਰੀ ਸਭਾ, ਚਿੱਟੀ ਦਾੜੀ ਹੋ ਗਈ ਹੈ, ਸੰਗਦਾ ਪੁੱਤਰ ਮੰਗਣ ਤੋਂ ਚੁੱਪ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਮੰਗ ਕੀ ਮੰਗਦਾ? ਉਹ ਫਿਰ ਚੁੱਪ। ਗੁਰੂ ਮਹਾਰਾਜ ਕਹਿੰਦੇ ਭਾਈ ਸਾਡਾ ਤੀਸਰਾ ਬਚਨ ਹੈ, ਮੰਗ ਕੀ ਮੰਗਦਾ? ਲੜਕੀ ਬੋਲੀ, ਕਹਿੰਦੇ ਮਹਾਰਾਜ ਜੀ ਮੇਰੇ ਪਿਤਾ ਜੀ ਸੰਗਦੇ ਨੇ, ਮੈਨੂੰ ਇੱਕ ਭਰਾ ਦੀ ਲੋੜ ਹੈ। ਗੁਰੂ ਮਹਾਰਾਜ ਕੋਈ ਨਹੀਂ ਬੇਟਾ, ਅਗਲੇ ਸਾਲ ਤੇਰੇ ਭਰਾ ਵੀ ਹੋ ਜਾਏਗਾ। ਅਤੇ ਫਿਰ ਅਗਲੇ ਸਾਲ ਜਦੋਂ ਭਰਾ ਹੋਇਆ ਉਹ ਲੈ ਕੇ ਆਏ ਬੱਚੇ ਨੂੰ। ਗੁਰੂ ਮਹਾਰਾਜ ਕਹਿੰਦੇ ਇਹਦੇ ਖਾਨਦਾਨ ਦੇ ਵਿੱਚੋਂ ਇੱਕ ਦਿਨ ਆਏਗਾ, ਇੱਕ ਰਾਜਾ ਹੋਏਗਾ ਕੈਥਲ ਦਾ, ਉਹ ਬਹੁਤ ਧਾਰਮਿਕ ਕੰਮ ਕਰੇਗਾ। ਸਮਾਂ ਪਾ ਕੇ ਕੀ ਹੋਇਆ, ਉਸੇ ਖਾਨ ਦੇ ਵਿਧਾਨ ਵਿੱਚੋਂ ਰਾਜਾ ਉਦੇ ਸਿੰਘ ਹੋਇਆ। ਉਦੇ ਸਿੰਘ ਦੀ ਇੱਛਾ ਹੋਈ ਵੀ ਮੈਂ 10 ਗੁਰੂਆਂ ਦਾ ਜੀਵਨ ਕਿਸੇ ਵਿਦਵਾਨ ਤੋਂ ਲਿਖਾਵਾਂ। ਕਿਸੇ ਨੇ ਦੱਸਿਆ ਵੀ ਅੰਮ੍ਰਿਤਸਰ ਦੇ ਵਿੱਚ ਭਾਈ ਸੰਤੋਖ ਸਿੰਘ ਚੂੜਾਮਨ ਰਹਿੰਦੇ ਨੇ, ਉਹ ਬਹੁਤ ਵਿਦਵਾਨ ਨੇ। ਆਪ ਜੀ ਨੇ ਸੁਨੇਹਾ ਭੇਜਿਆ, ਕਹਿੰਦੇ ਭਈ ਅਸੀਂ ਨਾ 10 ਗੁਰੂਆਂ ਦੇ ਜੀਵਨ ਤੇਰੇ ਤੋਂ ਲਿਖਵਾਉਣੇ ਨੇ, 4 ਤੇ ਅਸੀਂ ਤੈਨੂੰ ਸੇਵਾਦਾਰ ਦਿੰਦੇ ਹਾਂ, ਆਹ 4 ਕਮਰਿਆਂ ਦਾ ਤੈਨੂੰ ਘਰ ਦਿੰਦੇ ਹਾਂ, ਘੋੜਾ ਦਿੰਦੇ ਹਾਂ, ਤੈਨੂੰ ਖਰਚਾ ਦਿੰਦੇ ਹਾਂ, ਜਿੱਥੇ ਵੀ ਤੂੰ ਜਾਣਾ ਹੋਵੇ ਸਰਕਾਰੀ ਖਰਚਾ ਤੈਨੂੰ ਮਿਲੇਗਾ। ਆਹ ਜਿਹੜਾ ਨਾਲ ਦਾ ਪਿੰਡ ਹੈ ਕੈਥਲ ਤੋਂ ਜਦੋਂ ਚੀਕੇ ਨੂੰ ਆਈਏ ਨਾ, ਪਹਿਲਾ ਵੱਡਾ ਬਹੁਤ ਵੱਡਾ ਪਿੰਡ ਹੈ। ਕਹਿੰਦੇ ਇਹਦਾ ਜਿਹੜਾ ਮਾਮਲਾ ਹੈ ਉਹ ਤੈਨੂੰ ਮਿਲਿਆ ਕਰੇਗਾ। ਪਿੰਡ ਹੀ ਦੇਤਾ ਜਗੀਰ 'ਚ, ਇਹ ਪਿੰਡ ਤੇਰਾ। ਉਸ ਨੇ ਫਿਰ 1839 ਈਸਵੀ ਦੇ ਵਿੱਚ ਸੂਰਜ ਪ੍ਰਕਾਸ਼ ਲਿਖਿਆ, ਭਾਈ ਸੰਤੋਖ ਸਿੰਘ ਨੇ, ਰਾਜਾ ਉਦੇ ਸਿੰਘ ਨੇ ਲਿਖਾਇਆ। ਅਤੇ ਉਹ ਸੂਰਜ ਪ੍ਰਕਾਸ਼ ਦੀ ਕਥਾ ਭਾਈ ਸੰਤੋਖ ਸਿੰਘ ਜੀ ਜਿੰਨਾ ਲਿਖ ਲੈਂਦੇ ਸਨ ਦਿਨੇ, ਸ਼ਾਮ ਨੂੰ ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕੈਥਲ ਦੇ ਵਿੱਚ। ਉੱਥੇ ਸ਼ਾਮ ਨੂੰ ਕਥਾ ਕਰਿਆ ਕਰਦੇ ਸੂਰਜ ਪ੍ਰਕਾਸ਼ ਦੀ। ਇਸ ਤਰ੍ਹਾਂ ਕਥਾ ਦਾ ਮੁੱਢ ਵੀ ਨਾਲੇ ਬੱਝ ਗਿਆ। ਅਤੇ ਦੇਖੋ ਉਹਦੀ ਲਿਖਤ ਕਿੰਨੀ ਪ੍ਰਸਿੱਧ ਹੋਈ ਕਿ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਸ਼ਾਮ ਨੂੰ ਸੂਰਜ ਪ੍ਰਕਾਸ਼ ਦੀ ਕਥਾ ਹਰ ਇੱਕ ਗੁਰਦੁਆਰੇ 'ਚ ਹੁੰਦੀ ਹੈ, ਉਸ ਖਾਨਦਾਨ 'ਚ ਹੋਇਆ। ਇੱਕ ਵਿਦਵਾਨ ਪੰਡਤ ਗੁਰੂ ਘਰ ਆਇਆ, ਆ ਕੇ ਕਹਿੰਦਾ ਵੀ ਤੁਸੀਂ ਜਿਹੜਾ ਤੀਰਥ ਇਸ਼ਨਾਨ ਦੇ ਵਿਰੁੱਧ ਹੋ ਜੀ, ਪਰ ਤੁਹਾਡੇ ਜਿਹੜੇ ਗੁਰੂ ਤੀਸਰੇ ਪਾਤਸ਼ਾਹ ਹੋਏ ਉਹ 22 ਵਾਰੀ ਤੀਰਥਾਂ 'ਤੇ ਗਏ, ਉਹ 22 ਵਾਰ ਤੀਰਥਾਂ 'ਤੇ ਗਏ, ਅਤੇ ਤੁਸੀਂ ਤੀਰਥ ਇਸ਼ਨਾਨ ਦੇ ਵਿਰੁੱਧ ਹੋ, ਅਜਿਹਾ ਕਿਉਂ? ਗੁਰੂ ਮਹਾਰਾਜ ਕਹਿੰਦੇ 21 ਵਾਰ ਤੋਂ ਨਿਗੂਰੇ ਸਨ,
ਨਿਗੋਰੇ ਹੋਣ ਕਰਕੇ ਉਹਨਾਂ ਦੇ ਹਿੰਦੂ ਧਰਮ ਅਨੁਸਾਰ ਤੀਰਥ ਸਨ ਦੀ ਮਹਾਨਤਾ ਹੈ, ਤਾਂ ਉਹ ਤੀਰਥ ਇਸ਼ਨਾਨ ਕਰਨ ਜਾਇਆ ਕਰਦੇ ਸਨ। ਜਦੋਂ ਉਹ ਗੁਰੂ ਵਾਲੇ ਹੋ ਗਏ ਫਿਰ ਉਹਨਾਂ ਨੂੰ ਗਿਆਨ ਹੋ ਗਿਆ ਕਿ ਜਿਹੜਾ ਮਨ ਹੈ ਇਹ ਸਰੋਵਰਾਂ ਜਾਂ ਦਰਿਆਵਾਂ ਦੇ ਪਾਣੀ ਨਾਲ ਪਵਿੱਤਰ ਨਹੀਂ ਹੁੰਦਾ, ਅਤੇ ਜਿੰਨਾ ਚਿਰ ਮਨ ਨਹੀਂ ਪਵਿੱਤਰ ਹੁੰਦਾ ਪਰਮਾਤਮਾ ਨਹੀਂ ਮਿਲਦਾ। ਮਨ ਪਵਿੱਤਰ ਹੁੰਦਾ ਨਾਮ ਜਪ ਕੇ। ਇਸ ਲਈ 22ਵੀਂ ਵਾਰ ਉਹ ਸਿੱਖ ਧਰਮ ਦਾ ਪ੍ਰਚਾਰ ਕਰਨ ਗਏ ਸਨ, ਉਹ ਤਾਂ ਗਏ ਸਨ। ਫਿਰ ਉਸ ਪੰਡਿਤ ਨੇ ਗੁਰੂ ਮਹਾਰਾਜ ਤੋਂ ਸਿੱਖ ਧਰਮ ਦਾ ਗਿਆਨ ਹਾਸਲ ਕੀਤਾ ਅਤੇ ਫਿਰ ਉਹ ਸਿੱਖ ਬਣ ਗਿਆ, ਅਤੇ ਫਿਰ ਸਾਰੀ ਉਮਰ ਉਹ ਅੰਮ੍ਰਿਤਸਰ 'ਚ ਹੀ ਰਿਹਾ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। 1581 ਸਨ ਆ ਗਿਆ। 1534 ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ ਅਤੇ 1581 ਆ ਗਿਆ, 47 ਸਾਲ ਬੀਤ ਗਏ। 1581 ਸਨ ਆ ਗਿਆ, ਗੁਰੂ ਮਹਾਰਾਜ ਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ। ਸਿੱਖ ਇਤਿਹਾਸ ਅਨੁਸਾਰ 40 ਸਾਲ ਦੀ ਉਮਰੇ ਹੀ ਚੌਥੇ ਪਾਤਸ਼ਾਹ ਦਾ ਜੀਵਨ ਸਮਾਪਤ ਹੋ ਰਿਹਾ ਸੀ। ਬੀਬੀ ਭਾਨੀ ਨੂੰ ਇਸ ਗੱਲ ਦਾ ਪਤਾ ਲੱਗਾ ਤੀਸਰੇ ਪਾਤਸ਼ਾਹ ਤੋਂ ਵੀ ਮੇਰੇ ਪਤੀ ਦੇ ਤਾਂ ਸਮਾਂ ਹੀ ਬਹੁਤ ਥੋੜ੍ਹਾ ਰਹਿ ਗਿਆ ਹੈ। ਉਹ ਵਿਰਾਗ 'ਚ ਆ ਗਈ। ਤੀਸਰੇ ਪਾਤਸ਼ਾਹ ਬੀਬੀ ਭਾਨੀ ਨੂੰ ਬਹੁਤ ਪਿਆਰ ਕਰਦੇ ਸਨ। ਉਹ ਕਹਿੰਦੇ ਸਾਡੇ ਨਾਲ 6 ਸਾਲ 10 ਮਹੀਨੇ ਅਤੇ 17 ਦਿਨ ਬਾਕੀ ਜੀਵਨ ਰਹਿ ਗਿਆ, ਉਹ ਅਸੀਂ ਭਾਈ ਜੇਠਾ ਜੀ ਨੂੰ ਦਿੱਤਾ। ਇਹ ਜਿਹੜਾ ਐਡੇ ਸਾਲ, ਉਹ 6 ਸਾਲ 10 ਮਹੀਨੇ 17 ਦਿਨ ਗੁਰਗੱਦੀ 'ਤੇ ਰਹੇ, ਉਹ ਸਮਾਂ ਪੂਰਾ ਹੋ ਰਿਹਾ। ਉਹਨਾਂ ਦੇ 3 ਸਾਹਿਬਜ਼ਾਦੇ ਸਨ, ਜਿਹਨੂੰ ਆਪਾਂ ਸਪੁੱਤਰ ਕਹਿੰਦੇ। ਧਰਮ ਅਨੁਸਾਰ ਗੁਰੂਆਂ ਦੇ ਸਪੁੱਤਰ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ। ਸਭ ਤੋਂ ਵੱਡੇ ਜਿਹੜੇ ਸਨ ਪ੍ਰਿਥੀ ਚੰਦ ਜੀ ਸਨ। ਉਹ ਸੰਸਾਰਕ ਤੌਰ 'ਤੇ ਤਾਂ ਵਧੀਆ ਸਨ, ਆਏ ਗਏ ਸੰਗਤ ਨੂੰ ਉਹੀ ਅਟੈਂਡ ਕਰਦੇ ਸਨ, ਰਹਿਣ ਸਹਿਣ ਦਾ ਪ੍ਰਬੰਧ ਉਹੀ ਕਰਦੇ ਸਨ, ਲੰਗਰ ਪਾਣੀ ਦੇ ਇੰਚਾਰਜ ਉਹੀ ਸਨ, ਪਰ ਅਧਿਆਤਮਿਕ ਤੌਰ 'ਤੇ ਨਹੀਂ ਸਨ ਉੱਚੇ। ਜਿਹੜੇ ਮਹਾਦੇਵ ਜੀ ਸਨ ਉਹ ਅਵਧੂਤ ਸਨ, ਉਹ ਰੁਚੀ ਨਹੀਂ ਸੀ ਕਾਸੇ 'ਚ ਰੱਖਦੇ। ਤੀਸਰੇ ਪਾਤਸ਼ਾਹ ਜਿਹੜੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਨ, ਜਿਹੜੇ ਸਭ ਤੋਂ ਛੋਟੇ ਸਨ, ਉਹ ਸੰਸਾਰਕ ਤੌਰ 'ਤੇ ਵੀ ਅਤੇ ਅਧਿਆਤਮਿਕ ਤੌਰ 'ਤੇ ਵੀ ਪੂਰੇ ਸਨ। ਇਸ ਲਈ ਚੌਥੇ ਪਾਤਸ਼ਾਹ ਨੇ ਸੋਚਿਆ ਵੀ ਇਹਨਾਂ ਨੂੰ ਗੁਰਗੱਦੀ ਦਿੱਤੀ ਜਾਣੀ ਚਾਹੀਦੀ ਹੈ। 1581 ਈਸਵੀ ਦੇ ਵਿੱਚ ਚੌਥੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਦੇ ਕੇ ਆਪ ਜੋਤੀ ਜੋਤ ਸਮਾ ਗਏ। ਉਹਨਾਂ ਦੀ ਬਾਣੀ 'ਤੇ ਵਿਚਾਰ ਕਰਨੀ ਸੀ, ਉਹ ਆਪਾਂ ਕੱਲ੍ਹ ਨੂੰ ਕਰਾਂਗੇ ਕਿਉਂਕਿ ਟਾਈਮ ਹੋ ਗਿਆ। ਉਹਨਾਂ ਦੀ ਬਾਣੀ ਜਿਹੜੀ ਜਿਹਦੇ ਰਾਹੀਂ ਸਿੱਖਿਆ ਸਾਨੂੰ ਮਿਲਦੀ ਹੈ ਕਿ ਚੌਥੇ ਪਾਤਸ਼ਾਹ ਨੇ ਸਿੱਖ ਕੌਮ ਨੂੰ ਕੀ ਸਿੱਖਿਆ ਦਿੱਤੀ, ਉਹਨਾਂ ਦੀ ਬਾਣੀ ਰਾਹੀਂ ਹੀ ਸਿੱਖਿਆ ਮਿਲਦੀ ਹੈ। ਗੁਰੂ ਨਾਨਕ ਨੇ ਕੀ ਸਿੱਖਿਆ ਦਿੱਤੀ, ਉਹਨਾਂ ਦੀ ਬਾਣੀ ਪੜ੍ਹੋ, ਆਪਾਂ ਨੂੰ ਪਤਾ ਲੱਗ ਜਾਵੇ ਆਹ ਸਿੱਖਿਆ ਦਿੱਤੀ ਹੈ, ਆਹ ਕਰੋ, ਇਸ ਤਰ੍ਹਾਂ ਨਾ ਕਰੋ। ਸੋ ਜੋ ਨਾ ਬਾਣੀ ਰਾਹੀਂ ਸਿੱਖਿਆ ਦਿੱਤੀ, ਉਹਦੀ ਆਪਾਂ ਕੁਝ ਸਮਾਂ ਕੱਲ੍ਹ ਨੂੰ ਵਿਚਾਰ ਕਰਕੇ ਫਿਰ ਅੱਗੇ ਕਥਾ ਵਾਰਤਾ ਆਪਾਂ ਸ਼ੁਰੂ ਕਰਾਂਗੇ ਆਪਣੇ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਕਈ ਵਾਰੀ ਬੈਠਾ ਸੋਚਦਾ ਹਾਂ ਕਿ ਇੱਕ ਅਨਾਥ ਬੱਚਾ, ਠੀਕ ਹੈ, ਅਤੀ ਗਰੀਬ ਬੱਚਾ ਕਿੱਥੋਂ ਸ਼ੁਰੂ ਕਰਕੇ ਕਿੱਥੇ ਤੱਕ ਪਹੁੰਚ ਗਿਆ ਹੈ। ਇਹ ਬੜੀ ਵੱਡੀ ਪ੍ਰੇਰਨਾ ਮਿਲਦੀ ਹੈ। ਪਤਾ ਲੱਗਦਾ ਕਿ ਉਹ ਅਤੀ ਗਰੀਬੀ ਤੋਂ ਕਿਵੇਂ ਇੱਥੋਂ ਤੱਕ ਪਹੁੰਚੇ। 2-3 ਗੁਣਾ ਕਾਰਨ ਪਹੁੰਚੇ। ਪਹਿਲਾ ਨਿਮਰਤਾ, ਦੂਜਾ ਸੇਵਾ, ਤੀਜਾ ਮਿਹਨਤ, ਚੌਥਾ ਸਿਮਰਨ ਅਤੇ ਆਪਣੇ ਗੁਰੂ ਦੇ ਵਿੱਚ ਅਟੁੱਟ ਵਿਸ਼ਵਾਸ। ਕਿਉਂਕਿ ਸਿੱਖ ਉਹੀ ਤਰੱਕੀ ਕਰਦਾ ਹੈ ਜਿਸ ਨੂੰ ਆਪਣੇ ਗੁਰੂ ਦੇ ਵਿੱਚ ਅਟੁੱਟ ਵਿਸ਼ਵਾਸ ਹੁੰਦਾ। ਗੁਰੂ 'ਤੇ ਕੋਈ ਕਿੰਤੂ ਪਰੰਤੂ ਮਨ 'ਚ ਨਹੀਂ ਆਉਣਾ ਚਾਹੀਦਾ।
ਕੋਈ ਉਹਦੀ ਸ਼ਕਤੀ ਬਾਰੇ ਸ਼ੰਕਾ ਨਹੀਂ ਹੋਣਾ ਚਾਹੀਦਾ। ਜਦੋਂ ਅਟੁੱਟ ਵਿਸ਼ਵਾਸ ਹੋਵੇਗਾ ਫਿਰ ਗੁਰੂ ਦੀ ਗੱਲ ਵੀ ਵੱਡੀ ਜਾਵੇਗੀ, ਅਤੇ ਫਿਰ ਗੁਰੂ ਦੀਆਂ ਨਜ਼ਰਾਂ ਸਿੱਖ ਪ੍ਰਵਾਨ ਵੀ ਹੋ ਜਾਏਗਾ। ਸੋ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਅੰਦਰ ਕੁਝ ਗੁਣ ਪੈਦਾ ਕਰਨੇ ਹਨ। ਪਹਿਲਾ ਗੁਣ ਹੈ ਨਿਮਰਤਾ, ਦੂਸਰਾ ਗੁਣ ਹੈ ਮਿਹਨਤ, ਤੀਜਾ ਗੁਣ ਹੈ ਦਸਾਂ ਨੌਂ ਦੀ ਕਿਰਤ, ਚੌਥਾ ਗੁਣ ਹੈ ਸੇਵਾ, ਅਤੇ ਪੰਜਵਾਂ ਗੁਣ ਹੈ ਸਿਮਰਨ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਡੀ ਵੀ ਆਤਮਿਕ ਤਰੱਕੀ ਹੋ ਸਕਦੀ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।